ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੋਂ ਜਿਸ ਧਰਤੀ ਤੇ ਆਪਾਂ ਬੈਠੇ ਹਾਂ ਪੰਜਾਬ ਤੇ, ਮੈਂ ਚਾਹੁੰਦਾ ਕਿ ਆਪਾਂ ਇਹ ਸਮੇਂ ਦੇ ਵਿੱਚ ਥੋੜਾ ਪਿੱਛੇ ਚਲੇ ਜਾਈਏ, 1849 ਚਲੇ ਜਾਈਏ ਤੇ ਇੱਥੇ ਕੀ ਹਾਲਾਤ ਸੀਗੇ। ਹਾਂਜੀ, ਲੈਕਚਰਸ ਵੀ ਮਿਲਦੇ। ਉਸ ਤੋਂ ਹੀ ਜਿਹੜੀ ਪੰਜਾਬ ਦੀ ਜਿਹੜੀ ਮੌਜੂਦਾ ਜਿਹੜੀ ਜੋ ਸਥਿਤੀ ਹੈ, ਉਹਦੀ ਜਿਹੜੀ ਤੁਲਨਾ ਹੈਗੀ, ਤਾਂ ਉਹਦੇ ਵਿੱਚ ਜਿਹੜਾ ਦੁਖਾਂਤ ਵਾਪਰਿਆ ਉੱਥੋਂ ਹੀ ਸਾਨੂੰ ਸਮਝ ਆ ਸਕਦੀ ਹੈ। ਹੁਣ 1849 ਦੇ ਵਿੱਚ ਜੇ ਇਹ ਕਿਹਾ ਜਾਵੇ ਕਿ ਪੰਜਾਬ ਦੁਨੀਆ ਦਾ ਸਭ ਤੋਂ ਖੁਸ਼ਹਾਲ ਖਿੱਤਾ ਸੀ ਤਾਂ ਇਹ ਅੱਤਕਥਨੀ ਨਹੀਂ ਹੋਏਗੀ। ਠੀਕ ਹੈ, ਅੱਜ ਆਪਾਂ ਪ੍ਰਵਾਸ ਦੀ ਗੱਲ ਕਰਦੇ ਹਾਂ, ਪਰ 1849 ਤੱਕ ਪੰਜਾਬ ਤੋਂ ਕੋਈ ਪ੍ਰਵਾਸ ਨਹੀਂ ਸੀ, ਆਵਾਸ ਹੋ ਰਿਹਾ ਸੀ। ਔਰ ਆਵਾਸ ਵੀ ਕਿਹਨਾਂ ਲੋਕਾਂ ਨੂੰ? ਯੂਰਪ ਤੋਂ, ਅਮਰੀਕਾ ਤੋਂ, ਲਗਭਗ ਹਰ ਯੂਰਪ ਦੇ ਦੇਸ਼ ਤੋਂ ਉਹ ਲੋਕ ਸੀਗੇ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਸੀ ਆਪਣੇ ਸਮਾਜ ਦੇ ਵਿੱਚ। ਤਾਂ ਉਹ ਲੋਕ ਪੰਜਾਬ 'ਚ ਆ ਰਹੇ ਸੀ। ਹੁਣ ਤੁਸੀਂ ਕਹੋਗੇ ਕਿ ਇਹਦਾ ਵੇਰਵਾ ਸਾਨੂੰ ਕਿਤੇ ਮਿਲ ਜਾਂਦਾ ਵੀ ਯੂਰਪ ਦੇ ਸਾਰੇ ਦੇਸ਼ਾਂ ਦੇ ਲੋਕ ਜਿਹੜੇ ਆ, ਔਰ ਅਮਰੀਕਾ ਦੇ ਲੋਕ ਜਿਹੜੇ ਇੱਥੇ ਆ ਕੇ ਨੌਕਰੀਆਂ ਕਰਦੇ ਸੀ ਪੰਜਾਬ ਦੇ ਵਿੱਚ। ਹਾਂਜੀ, ਇਹ ਵੇਰਵਾ ਹੈ। ਇਹ ਭਾਈ ਕਾਹਨ ਸਿੰਘ ਨਾਭਾ ਜੀ ਨੇ ਜਿਹੜਾ ਹੈ ਆਪਣੇ ਮਹਾਨ ਕੋਸ਼ 'ਚ ਇਹ ਪੂਰਾ ਵੇਰਵਾ ਦਿੱਤਾ ਹੋਇਆ ਕਿ ਉਹਨਾਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਜਿਹੜੇ ਅਹਿਲਕਾਰ ਸੀਗੇ, ਜਿਹੜੇ ਵਿਦੇਸ਼ਾਂ ਤੋਂ ਆਏ ਹੈ, ਕਿ ਉਹਨਾਂ ਦਾ ਹਰ ਇੱਕ ਦਾ ਉਹਨਾਂ ਨੇ ਜਿਹੜਾ ਕੰਟਰੀ ਆਫ ਓਰੀਜਨ ਕਿਹੜੇ ਦੇਸ਼ ਤੋਂ ਆਏ। ਤਾਂ ਉੱਥੋਂ ਤੁਹਾਨੂੰ ਪਤਾ ਲੱਗਦਾ ਵੀ ਆਪਾਂ ਆਮ ਤੌਰ 'ਤੇ ਸੋਚਦੇ ਵੀ ਸ਼ਾਇਦ ਨੈਪੋਲੀਅਨ ਦੇ ਜਨਰਲ ਜਿਹੜੇ ਹੈ ਵੈਨਸੂਰਾ ਵਗੈਰਾ ਉਹ ਆ ਗਏ ਇੱਥੇ। ਨਹੀਂ, ਕੋਈ ਵੀ ਯੂਰਪ ਦਾ ਦੇਸ਼ ਨਹੀਂ ਹੈ ਜਿੱਥੋਂ ਮਤਲਬ ਬਹੁਤ ਪ੍ਰਾਪਤੀ ਵਾਲੇ ਲੋਕ ਇੱਥੇ ਨਹੀਂ ਆਏ। ਤਾਂ ਇਹ ਆਪਣੇ ਆਪ 'ਚ ਸਾਬਿਤ ਕਰਦਾ ਵੀ ਉਦੋਂ ਜਿਹੜਾ ਰੁਝਾਨ ਲੋਕਾਂ ਦਾ ਕਿੱਧਰ ਸੀਗਾ। ਫਿਰ ਸਾਡੇ ਕੋਲ ਹੋਰ ਅੰਕੜੇ ਨੇ, ਜਿਹੜਾ ਪੰਜਾਬ ਦਾ ਤੋਸ਼ਾਖਾਨਾ ਜਾਂ ਪੰਜਾਬ ਦੀ ਟ੍ਰੇਜਰੀ ਹੈ ਜਿਹੜੀ, ਜੋ ਉਸ ਵੇਲੇ ਦੀ ਜੋ ਸਭ ਤੋਂ ਵੱਡੀ ਹਕੂਮਤ ਜਿਹੜੀ ਹੈ, ਬ੍ਰਿਟਿਸ਼ ਸਾਮਰਾਜ ਜਿਹੜਾ ਹੈ, ਹੁਣ ਤੁਹਾਨੂੰ ਹੈਰਾਨੀ ਹੋਏਗੀ ਕਿ ਜਿੰਨੇ ਵੀ ਉਹਨਾਂ ਦੇ ਵੱਡੇ ਵੱਡੇ ਜਿਹੜੇ ਹੀਰੇ ਜਵਾਹਰਾਤ ਜਿਹੜੀ ਉਹਨਾਂ ਦੇ ਤਾਜ ਦੇ ਵਿੱਚ ਜਾਂ ਉਹਨਾਂ ਦੀ ਜੁਐਲਰੀ ਦੇ ਵਿੱਚ, ਉਹ ਸਾਰੇ ਉਹਨਾਂ ਤੋਂ ਬਹੁਤ ਸਾਰੇ ਜਿਹੜੇ ਨੇ ਪੰਜਾਬ 'ਚੋਂ ਗਏ ਨੇ। ਤਾਂ ਪੰਜਾਬ ਦੇ ਕੋਲ ਜਿਹੜਾ, ਚਲੋ ਆਪਾਂ ਤਾਂ ਇੱਕ ਦੀ ਗੱਲ ਕਰਦੇ ਵੀ ਕੋਹੇ ਨੂਰ ਹੈ, ਲੇਕਿਨ ਇਕੱਲਾ ਕੋਹੇ ਨੂਰ ਨਹੀਂ ਹੈ। ਤਾਂ ਕੋਹੇ ਨੂਰ ਜਿਹੜਾ ਉਹ ਬਿਲਕੁਲ ਜਾ ਕੇ ਬ੍ਰਿਟਿਸ਼ ਕਰਾਊਨ ਦੇ ਵਿੱਚ ਸੱਜ ਗਿਆ। ਛੋਟਾ ਜਿਹਾ ਬੱਚਾ ਮਹਾਰਾਜਾ ਦਲੀਪ ਸਿੰਘ ਜਿਹੜਾ ਉਹਦੀ ਖੱਬੀ ਕੋਹਣੇ 'ਤੇ ਲਟਕਦਾ ਹੁੰਦਾ ਸੀਗਾ, ਤੇ ਉੱਥੋਂ ਪਹੁੰਚ ਕੇ ਤੇ ਬ੍ਰਿਟਿਸ਼ ਤਾਜ ਦੇ ਕਰਾਊਨ ਦੇ ਵਿੱਚ ਸਭ ਤੋਂ ਵੱਡਾ ਹੀਰਾ ਬਣਿਆ। ਲੇਕਿਨ ਜਿਹੜਾ ਸਾਡੇ ਖਜ਼ਾਨੇ ਜਿਹੜਾ ਨਕਦ ਸੀ, ਪੈਸਾ ਜਿਹੜਾ ਸੀ ਪੰਜਾਬ ਦੇ ਕੋਲ, ਉਸ ਵੇਲੇ ਦੁਨੀਆ ਦੇ ਕਿਸੇ ਵੀ ਦੇਸ਼ 'ਚ, ਕਿਸੇ ਯੂਰਪੀਅਨ ਦੇਸ਼ ਕੋਲ ਇੰਨਾ ਨਕਦ ਪੈਸਾ ਉਹਨਾਂ ਦੇ ਖਜ਼ਾਨੇ 'ਚ ਨਹੀਂ ਸੀ ਜਿੰਨਾ ਪੰਜਾਬ ਦੇ ਪੈਸੇ। ਤੋ ਹੀਰੇ ਲੈ ਲਓ, ਪੈਸਾ ਲੈ ਲਓ, ਨਕਦ ਲੈ ਲਓ। ਚਲੋ ਇੱਕ ਹੋਰ ਪੈਮਾਨਾ ਜਿਹੜਾ ਦੱਸਦਾ ਹੈ ਕਿ ਪੰਜਾਬ ਬਾਕੀਆਂ ਦੁਨੀਆ ਨਾਲੋਂ ਕਿੰਨਾ ਅੱਗੇ ਸੀ। ਵੀ ਲਗਭਗ 1830 ਦੇ ਵਿੱਚ ਜਿਹੜਾ ਹੈ ਪੰਜਾਬ ਦੀ ਜਿਹੜੀ ਲਿਟਰੇਸੀ ਰੇਟ ਸੀਗਾ, ਸਾਖਰਤਾ ਦਰ ਜਿਹੜੀ ਹੈ, ਉਹ ਲਗਭਗ 100% ਦੇ ਨੇੜੇ ਪਹੁੰਚ ਚੁੱਕੀ ਸੀ। ਹੁਣ ਤੁਸੀਂ ਕਹੋਗੇ ਵੀ ਉਸ ਵੇਲੇ ਹੋ ਸਕਦਾ ਬਾਕੀ ਯੂਰਪ 'ਚ ਵੀ ਇੰਨੇ ਪੜ੍ਹੇ ਲਿਖੇ ਲੋਕ ਸੀਗੇ, ਨਹੀਂ। ਫਿਰ ਅਸੀਂ ਤੁਲਨਾ ਕਰਦੇ ਹਾਂ ਇੰਗਲੈਂਡ ਦੇ ਨਾਲ, ਜਿਹੜੀ ਉਸ ਵੇਲੇ ਦੀ ਸਭ ਤੋਂ ਵੱਡੀ ਹਕੂਮਤ ਹੈ। ਇੰਗਲੈਂਡ ਦੇ ਵਿੱਚ 1870 ਦੇ ਵਿੱਚ ਬ੍ਰਿਟਿਸ਼ ਲਿਟਰੇਸੀ ਐਕਟ ਬਣਦਾ ਹੈਗਾ। 1870 'ਚ ਅੰਗਰੇਜ਼ਾਂ ਨੂੰ ਇਹ ਆਇਆ ਕਿ ਲੋਕਾਂ ਨੂੰ ਪੜ੍ਹਾਉਣਾ ਵੀ ਚਾਹੀਦਾ, ਤੇ ਪੰਜਾਬ ਜਿਹੜਾ 1830 ਦੇ ਵਿੱਚ ਲਗਭਗ ਪੂਰੀ ਤਰ੍ਹਾਂ ਪੜ੍ਹਿਆ ਲਿਖਿਆ ਹੈ। ਤੋ ਜਦੋਂ ਅਸੀਂ ਉਸ ਪੰਜਾਬ ਨੂੰ ਅੱਜ ਦੇ ਪੰਜਾਬ ਨਾਲ ਤੁਲਨਾ ਕਰਦੇ ਹਾਂ
ਤਾਂ ਸਾਨੂੰ ਦੁਖਾਂਤ ਨਜ਼ਰ ਆਉਂਦਾ ਹੈ ਵੀ ਜਿਹੜੀ ਸਭ ਤੋਂ ਜਿਹੜੀ ਸਿਖਰ ਤੇ ਪਹੁੰਚਿਆ ਹੋਇਆ ਖਿੱਤਾ ਹੈ ਅੱਜ ਜਿਹੜਾ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਵੀ ਬਹੁਤ ਜਿਹੜਾ ਹੈਗਾ ਨਿਗਾਰ ਦੀ ਅਵਸਥਾ ਦੇ ਵਿੱਚ ਹੈ। ਕੱਲਾ ਮਤਲਬ ਇਹ ਨਹੀਂ ਕਿ ਆਰਥਿਕ ਨਿਗਾਰ ਹੈ ਪੰਜਾਬ ਦਾ, ਪੰਜਾਬ ਸਮਾਜਿਕ ਸੱਭਿਆਚਾਰਕ ਔਰ ਸਭ ਤੋਂ ਜਿਹੜੀ ਵੱਡੀ ਚੀਜ਼ ਹੈ ਕਿ ਪੰਜਾਬ ਨੈਤਿਕ ਨਿਗਾਰ ਦੀ ਸਿਖਰ ਤੇ ਪਹੁੰਚ ਗਿਆ। ਔਰ ਹੁਣ ਤੁਸੀਂ ਕਹੋਗੇ ਕਿ ਮੈਂ ਕਹਿੰਦਾ ਕਿ ਇੱਕ ਜਿਹੜਾ ਬਹੁਤ ਵੱਡਾ ਕਾਰਨ ਹੈਗਾ ਉਹ ਹੈਗਾ ਬੌਧਿਕ ਕੰਗਾਲੀ ਹੈ ਪੰਜਾਬ ਦੇ ਵਿੱਚ, ਕਿ ਸਭ ਤੋਂ ਵੱਡਾ ਜੇ ਕੋਈ ਕਸੂਰਵਾਰ ਬੰਦਾ, ਲੋਕ ਕਹਿੰਦੇ ਜੀ ਪੋਲੀਟੀਸ਼ੀਅਨ ਲੁੱਟ ਕੇ ਖਾ ਗਏ, ਇਹ ਕਰਕੇ ਫਲਾਣਾ ਕਰ ਗਿਆ। ਮੈਂ ਕਹਿੰਦਾ ਕਸੂਰ ਸਭ ਤੋਂ ਜ਼ਿਆਦਾ ਜਿਹੜੇ ਪੰਜਾਬ ਦੇ ਬੁੱਧਜੀਵੀ ਵਰਗ, ਕਿਉਂਕਿ ਪੰਜਾਬ ਦੇ ਬੁੱਧਜੀਵੀ ਵਰਗ ਨੇ ਮਤਲਬ ਇਹ ਜਿਹੜਾ ਹੈ ਉਹਨਾਂ ਦਾ ਕੰਮ ਹੁੰਦਾ ਹੈ ਕਿ ਉਹ ਉਹਨਾਂ ਦਾ ਨੈਤਿਕ ਫਰਜ਼ ਬਣਦਾ ਸੀ ਕਿ ਉਹ ਐਨਾਲਿਸਿਸ ਕਰਕੇ ਲੋਕਾਂ ਨੂੰ ਦੱਸਣ ਵੀ ਕੀ ਹੋ ਰਿਹਾ ਦੁਨੀਆ 'ਚ। ਉਹ ਪੂਰੀ ਤਰ੍ਹਾਂ ਨਾ ਤਾਂ ਇਸ ਤੇ ਕਿ ਕਿਉਂ ਪੰਜਾਬ ਥੱਲੇ ਗਿਆ, ਨਾ ਉਹਨਾਂ ਨੂੰ ਅਜੋਕੇ ਜਿਹੜੇ ਸੰਸਾਰ ਦੇ ਰੁਝਾਨ ਹੈ ਉਹਦੇ ਬਾਰੇ ਲੋਕਾਂ ਨੂੰ ਦੱਸ ਸਕੇ। ਹੁਣ ਬੁੱਧਜੀਵੀਆਂ ਜੋ ਜੀ ਖੱਬੇ ਮੁਖੀ ਬੁੱਧਜੀਵੀ ਮਾਰਕਸਵਾਦੀ, ਉਹ ਕਹਿੰਦੇ ਬੜੇ ਚੇਤਨ ਹੁੰਦੇ ਹਨ। ਮੈਂ ਇੱਕ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਨੇ ਮੇਰਾ ਇੱਕ ਲੁਧਿਆਣੇ ਲੈਕਚਰ ਰੱਖਿਆ, ਤੋ ਉੱਥੇ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਮੈਨੂੰ ਕਿਹਾ, ਕਹਿੰਦਾ ਜੀ ਮੇਰੇ 25 ਮਾਰਕਸਵਾਦੀ ਦੋਸਤ ਹੈਗੇ ਆ, ਕਹਿੰਦਾ ਹਰ ਇੱਕ ਨੇ ਆਪਣੇ ਬੱਚੇ ਅਮਰੀਕਾ ਸੈਟਲ ਕਰਾਏ। ਤੋ ਕਹਿੰਦਾ ਮੈਂ ਤੇ ਫਿਰ ਇਸ ਤੋਂ ਇਹੀ ਕੱਢਿਆ ਕਨਕਲੂਜਨ ਵੀ ਜਿਹੜੇ ਮਾਰਕਸਵਾਦੀ ਹੈ ਉਹ ਅਮਰੀਕੀ ਜਿਹੜਾ ਸਰਮਾਏਦਾਰੀ ਸਿਸਟਮ ਦੇ ਬੜੇ ਵੱਡੇ ਜਿਹੜੇ ਹੈ ਪ੍ਰਸ਼ੰਸਕ ਨੇ, ਉਹਨੂੰ ਅੱਛਾ ਸਮਝਦੇ ਨੇ, ਮਾਰਕਸਵਾਦ ਨਾਲੋਂ ਕੈਪੀਟਲਿਜ਼ਮ ਨੂੰ ਜ਼ਿਆਦਾ ਅੱਛਾ ਸਮਝਦੇ ਨੇ। ਮੈਂ ਕਿਹਾ ਠੀਕ ਹੈ, ਤੁਹਾਡੀ ਆਬਜ਼ਰਵੇਸ਼ਨ ਤਾਂ ਠੀਕ ਹੈ, ਲੇਕਿਨ ਅਸੀਂ ਨਤੀਜਾ ਗਲਤ ਕੱਢਿਆ। ਮੈਂ ਕਿਹਾ ਮਾਰਕਸਵਾਦੀ ਹੈ ਹੀ ਨਹੀਂ ਪੰਜਾਬ 'ਚ, ਕੋਈ ਮਾਰਕਸਵਾਦੀ ਦਾ ਬਹੁਤ ਹੀ ਟਾਵਾਂ ਕੋਈ ਹੋਏਗਾ, ਇਹ ਸਾਰੇ ਆਰਥਿਕਵਾਦੀ ਹੈ। ਔਰ ਲੈਨਨ ਨੇ ਤਾਂ 100 ਸਾਲ ਤੋਂ ਪਹਿਲਾਂ ਕਹਿਤਾ ਸੀ ਵੀ ਆਰਥਿਕਵਾਦ ਮਾਰਕਸਵਾਦ ਨਹੀਂ ਹੈ, ਆਰਥਿਕਵਾਦ ਇਨਕਲਾਬੀ ਜਿਹੜਾ ਹੈਗਾ ਸੋਚ ਨਹੀਂ ਹੈ, ਕਾਊਂਟਰ ਰੈਵੋਲੂਸ਼ਨਰੀ ਹੈ। ਤਾਂ ਸਾਡੇ ਤਾਂ ਜਿਹੜੇ ਹੈ ਹੀ ਸਾਰੇ ਇਹੀ ਗੱਲ ਹੋਈ ਕਿ ਪੰਜਾਬ ਬਰਬਾਦ ਹੁੰਦਾ ਗਿਆ, ਔਰ ਇਹ ਲੋਕ ਜਿਹੜੇ ਸਮਝ ਨਹੀਂ ਸਕੇ ਵੀ ਬਰਬਾਦੀ ਦਾ ਮੂਲ ਕਾਰਨ ਕੀ ਹੈ। ਤਾਂ ਮੂਲ ਕਾਰਨ ਜਿਹੜਾ ਹੈ ਪੰਜਾਬ ਜਿਸ ਸਥਿਤੀ ਜਿੱਥੋਂ ਕਿੱਥੇ ਸੀ ਤੇ ਕਿੱਥੇ ਆ ਗਿਆ, ਫਿਰ ਉਹਦਾ ਜਿਹੜਾ ਮੂਲ ਕਾਰਨ ਹੈ ਸਾਮਰਾਜੀ ਗੁਲਾਮੀ ਦੇ ਨਾਲ ਹੀ ਜਿਹੜੀ ਹੈ ਪੰਜਾਬ ਦੀ ਡਾਊਨਫਾਲ ਸ਼ੁਰੂ ਹੁੰਦੀ ਹੈ। ਔਰ ਉਹਦੇ ਨਾਲ ਜੋ ਅਸੀਂ ਵਿਕਾਸ ਦਾ ਨਮੂਨਾ ਅਪਣਾਇਆ, ਸਾਮਰਾਜੀ ਵਿਕਾਸ ਦਾ ਨਮੂਨਾ, ਉਸ ਨੇ ਜਿਹੜਾ ਪੰਜਾਬ ਦਾ ਬੇੜਾ ਗਰਕ ਕਰਤਾ। ਤਾਂ ਇਹ ਚੀਜ਼ ਜਿਹੜੀ ਸਾਡੇ ਬੁੱਧਜੀਵੀ ਤਾਂ ਪੱਛਮ ਦੇ ਉਪਾਸਕ ਹੈ, ਉਦੋਂ ਸਿਸਟਮ ਨੂੰ ਬਹੁਤ ਅੱਛਾ ਕਹਿ ਰਹੇ ਹੈ। ਹੁਣ ਨਾਲ ਲੱਗਦਾ ਮੁਲਕ ਚੀਨ ਹੈ, ਫਰਕ ਕੀ ਹੈ? ਉਹਨਾਂ ਨੇ ਨਹੀਂ ਉਪੜਾਇਆ, ਉਹਨਾਂ ਨੇ ਜਿਹੜੇ ਮਾਰਕਸਵਾਦ ਦੇ ਯੂਰਪੀਅਨ ਫਲਸਫਾ ਮੁੱਖ ਤੌਰ ਤੇ, ਚਾਹੇ ਚੀਨੀ ਮਾਰਕਸਵਾਦ ਮਾਓ ਸੇਤੁੰਗ ਆਪਣਾ ਮਾਰਕਸਿਸਟ ਕਹਿੰਦਾ, ਲੇਕਿਨ ਉਹ ਕਹਿੰਦੇ ਨਹੀਂ ਤੁਹਾਡਾ ਮਾਰਕਸਿਜ਼ਮ ਸਾਨੂੰ ਮਨਜ਼ੂਰ ਨਹੀਂ ਹੈ, ਸਾਡਾ ਆਪਣਾ ਸਾਡਾ ਚੀਨੀ ਮਾਰਕਸਵਾਦ ਹੋਣਾ ਚਾਹੀਦਾ। ਜਿਹੜੇ ਭਾਰਤ ਦੇ ਮਾਰਕਸਿਸਟ ਹੈ ਇਹਨਾਂ ਨੇ ਕਦੀ ਮਾਰਕਸਵਾਦ ਦਾ ਭਾਰਤੀਕਰਨ ਕੀਤਾ ਹੀ ਨਹੀਂ, ਇੰਡੀਅਨਾਈਜੇਸ਼ਨ ਆਫ ਮਾਰਕਸਿਜ਼ਮ ਹੋਈ ਨਹੀਂ। ਤਾਂ ਸਭ ਤੋਂ ਜ਼ਿਆਦਾ ਪੰਜਾਬ ਦਾ ਵੱਡਾ ਦੁਖਾਂਤ ਹੈ ਉਹ ਜਿਹੜਾ ਹੈ ਕਿ ਸਾਡਾ ਜਿਹੜਾ ਬੌਧਿਕ ਵਰਗ ਹੈ ਉਹਦੀ ਜਿਹੜੀ ਓਰੀਐਂਟੇਸ਼ਨ ਹੈ, ਉਹਦਾ ਜਿਹੜਾ ਝੁਕਾਅ ਹੈ ਉਹ ਪੱਛਮੀ ਉਦਾਰਵਾਦ ਵਾਲਾ, ਵੈਸਟਰਨ ਲਿਬਰਲ ਨੇ, ਉਹ ਇਨਕਲਾਬੀ ਨਹੀਂ। ਇਨਕਲਾਬੀ ਸੋਚ ਕਿਹੜੀ ਸੀ? ਉਹ ਸੋਚ ਸਿੱਖ ਸੋਚ ਕਿ ਸਿੱਖ ਇਨਕਲਾਬ ਹੈ, ਮੁਕੰਮਲ ਇਨਕਲਾਬ ਹੈ। ਔਰ ਸਭ ਤੋਂ ਜਿਹੜੀ ਦੁਖਾਂਤ ਦੀ ਗੱਲ ਹੈ ਕਿ ਜਿਹੜੇ ਆਪਣੇ ਆਪ ਨੂੰ ਇਨਕਲਾਬੀ ਕਹਾਣ ਵਾਲੇ ਮਾਰਕਸਵਾਦੀ, ਉਹਨਾਂ ਨੇ ਸਿੱਖ ਇਨਕਲਾਬ ਨੂੰ ਅਪਣਾਇਆ ਹੀ। ਦੇਖੋ ਇੱਕ ਇਨਕਲਾਬ ਸਾਡੀ ਧਰਤੀ ਤੇ ਵਾਪਰਿਆ, ਅਸੀਂ ਸਭ ਜਾ ਕੇ ਕਦੀ ਰੂਸ ਤੋਂ ਲੱਭ ਰਹੇ, ਕਦੀ ਚੀਨ ਤੋਂ ਲੱਭ ਰਹੇ, ਕਦੀ ਕਿਤੋਂ ਲੱਭ ਰਹੇ। ਤਾਂ ਜਿਹੜਾ ਆਪਣਾ ਹੋਇਆ ਸਭ ਤੋਂ ਪਹਿਲਾਂ ਤਾਂ ਆਪਣੇ ਚੈਰਿਟੀ ਬਿਗਿਨਸ ਐਟ ਹੋਮ, ਪਹਿਲਾਂ ਆਪਣਾ ਸਟੱਡੀ ਕਰੋ। ਜਿਹੜਾ
ਹਾਲੇ ਤਾਂ ਮੌਸਮ ਤੁੰਗ ਤਾਂ ਕਹਿੰਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਇਨਕਲਾਬ ਹੈ ਦੁਨੀਆ 'ਚ ਪਹਿਲਾ ਜਿਹੜਾ ਹੈ ਸਫਲ ਕਿਸਾਨੀ ਇਨਕਲਾਬ ਹੈ, ਲੇਕਿਨ ਸਾਡੇ ਬੰਦੇ ਇਹ ਮੰਨਣ ਨੂੰ ਤਿਆਰ ਹੀ ਨਹੀਂ। ਤਾਂ ਇਸ ਕਰਕੇ ਔਰ ਅੱਜ ਜਿਹੜੀ ਹੈ ਇੱਕ ਤਾਂ ਜਿਹੜੀ ਇਨਕਲਾਬੀ ਧਿਰ ਜਿਹੜੀ ਮਾਰਕਸਵਾਦੀ ਉਹਨੇ ਮਤਲਬ ਜਿਹੜਾ ਹੈਗਾ ਆਪਣੇ ਇਨਕਲਾਬੀ ਵਿਰਾਸਤ ਨੂੰ ਨਹੀਂ ਅਪਣਾਇਆ। ਪਰ ਦੁੱਖ ਦੀ ਗੱਲ ਹੈ ਕਿ ਜਿਹੜੇ ਸਿੱਖ ਇੰਟੈਲੈਕਚੁਅਲ ਨੇ ਉਹ ਵੀ ਸਿੱਖੀਜ਼ਮ ਦੇ ਜਿਹੜੇ ਇਨਕਲਾਬੀ ਸੋਚ ਤੋਂ ਦੂਰ ਨੇ। ਔਰ ਉਸ ਤੋਂ ਵੱਡੀ ਜਿਹੜੀ ਦੁੱਖ ਦੀ ਗੱਲ ਹੈ ਕਿ ਜਿਹੜਾ ਸਾਡਾ ਲੀਡਿੰਗ ਕਮਿਊਨਿਟੀ ਹੈ ਪੰਜਾਬ ਦੀ ਜਿਹੜੀ ਜੱਟ ਭਾਈਚਾਰਾ, ਹੁਣ ਉਹਨੇ ਮਤਲਬ ਜਿਹੜਾ ਹੈਗਾ ਆਪਣੀ ਜੱਟ ਪਹਿਚਾਣ ਨੂੰ ਸਿੱਖ ਪਹਿਚਾਣ ਤੋਂ ਉੱਪਰ ਕੀਤਾ ਹੋਇਆ। ਤਾਂ ਉਹਦੇ ਨਾਲ ਜਿਹੜਾ ਹੈਗਾ ਕਿ ਜਿਹੜੀ ਹੁਣ ਫਿਲਾਸਫੀ ਹੈ, ਮੈਂ ਨਹੀਂ ਕਹਿੰਦਾ ਕੋਈ ਜੱਟ ਪਹਿਚਾਣ ਵੀ ਹੈ ਸਿੱਖ ਪਹਿਚਾਣ ਵੀ, ਲੇਕਿਨ ਜੱਟ ਪਹਿਚਾਣ ਕੀ ਹੈ? ਇਤਿਹਾਸਿਕ ਪਹਿਚਾਣ ਹੈ। ਸਿੱਖ ਪਹਿਚਾਣ ਕੀ ਹੈ? ਸਿਧਾਂਤਕ ਪਹਿਚਾਣ ਹੈ, ਫਿਲਾਸਫੀਕਲ। ਹੁਣ ਸਾਨੂੰ ਤਾਂ ਗੁਰੂ ਸਾਹਿਬ ਨੇ ਦੱਸਿਆ ਵੀ ਜਦੋਂ ਦੋ ਪਹਿਚਾਨਾਂ ਦੇ ਵਿੱਚ ਜਦੋਂ ਟਕਰਾਅ ਆਉਂਦਾ ਕਿਹੜੀ ਪਹਿਚਾਣ ਨੂੰ ਉੱਪਰ ਰੱਖਣਾ? ਤੁਸੀਂ ਕਹੋ ਕਿੱਥੇ ਦੱਸਿਆ? ਮੈਂ ਕਹਿੰਦਾ ਭਾਈ ਕਨ੍ਹਈਆ ਜੀ ਉਹਨਾਂ ਦੇ ਦੇਖੋ ਕਿ ਕੀ ਹੋਇਆ। ਮਤਲਬ ਉਸ ਨੂੰ ਅਗਰ ਆਪਾਂ ਇਸ ਪੱਖੋਂ ਦੇਖੀਏ ਕਿ ਜਿਹੜੇ ਸਿੱਖ ਹੈ ਉਹਨਾਂ ਦੀ ਸ਼ਿਕਾਇਤ ਲਾ ਰਹੇ ਹੈ ਕਿ ਭਾਈ ਕਨ੍ਹਈਆ ਜੀ ਦੁਸ਼ਮਣਾਂ ਨੂੰ ਪਾਣੀ ਪਿਆ ਰਹੇ। ਤਾਂ ਹੁਣ ਦੋਸਤ ਔਰ ਦੁਸ਼ਮਣ ਜਿਹੜਾ ਹੈਗਾ ਇਹ ਇਤਿਹਾਸਿਕ ਪ੍ਰਕਿਰਿਆ ਹੈ। ਇਤਿਹਾਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਅੱਜ ਦੇ ਦੋਸਤ ਕੱਲ੍ਹ ਦੇ ਦੁਸ਼ਮਣ ਬਣ ਜਾਂਦੇ, ਕੱਲ੍ਹ ਦੇ ਦੁਸ਼ਮਣ ਅੱਜ ਦੇ ਦੋਸਤ ਬਣ ਜਾਂਦੇ। ਤਾਂ ਇਸ ਕਰਕੇ ਦੋਸਤ ਦੁਸ਼ਮਣ ਜਿਹੜਾ ਹੈ ਇਤਿਹਾਸ ਬਦਲਦਾ ਰਹਿੰਦਾ ਹੈ, ਲੇਕਿਨ ਸਿਧਾਂਤ ਜਿਹੜਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਿਧਾਂਤ ਉਹ ਅਟੱਲ ਸੱਚਾਈ ਹੈ। ਇਸ ਕਰਕੇ ਇੱਕ ਜਿਹੜੀ ਹੈ ਵਕਤੀ ਸੱਚਾਈ ਹੈ ਤੇ ਇੱਕ ਜਿਹੜੀ ਹੈ ਅਟੱਲ ਸੱਚਾਈ ਹੈ। ਜਦੋਂ ਦੋ ਸੱਚਾਈਆਂ ਜੋ ਕਿਹੜੀ ਸੱਚਾਈ ਉੱਪਰ ਹੈ ਤੇ ਜ਼ਾਹਰ ਹੈ ਕਿ ਸਿਧਾਂਤਕ ਜਿਹੜੀ ਫਿਲਾਸਫੀਕਲ ਜਿਹੜੀ ਹੈ ਉਹ ਉੱਪਰ ਹੈ। ਜਦੋਂ ਗੁਰੂ ਸਾਹਿਬ ਨੇ ਭਾਈ ਕਨ੍ਹਈਆ ਨੂੰ ਪੁੱਛਿਆ ਵੀ ਤੁਸੀਂ ਕਿਉਂ ਇਹਨਾਂ ਨੂੰ ਪਾਣੀ ਪਿਆਉਂਦੇ ਹੋ ਨਾ, ਉਹ ਕਹਿੰਦਾ ਜੀ ਮੈਨੂੰ ਤਾਂ ਹਰ ਕੀ ਤੁਹਾਡਾ ਹੀ ਰੂਪ ਨਜ਼ਰ ਆਉਂਦਾ। ਹੁਣ ਜਿਹੜੇ ਸਿੱਖ ਭਾਈ ਕਨ੍ਹਈਆ ਜੀ ਦੀ ਸ਼ਿਕਾਇਤ ਲਾ ਰਹੇ ਆ ਉਹ ਇਤਿਹਾਸ ਦੀ ਗੱਲ ਕਰ ਰਹੇ ਨੇ, ਉਹ ਸਾਡੇ ਦੁਸ਼ਮਣ ਹੈ। ਭਾਈ ਕਨ੍ਹਈਆ ਜੀ ਸਿਧਾਂਤ ਦੀ ਗੱਲ ਕਰ ਰਹੇ ਕਿ ਸਾਰੇ ਮਨੁੱਖ ਜਿਹੜੇ ਨੇ ਇੱਕ ਪਿਤਾ ਇੱਕ ਇਸਕੇ ਹਮ ਬਾਲਕ। ਹੁਣ ਗੁਰੂ ਸਾਹਿਬ ਨੇ ਕੀ ਨਿਰਣਾ ਕੀਤਾ ਵੀ ਇੱਥੇ ਕਿਹੜੀ ਪਹਿਚਾਣ ਨੂੰ ਉੱਪਰ ਰੱਖਣ ਲਈ ਕਿਹਾ? ਤੇ ਗੁਰੂ ਸਾਹਿਬ ਨੇ ਭਾਈ ਕਨ੍ਹਈਆ ਜੀ ਮਰਮ ਵੀ ਦਿੱਤੀ ਕਿ ਪਾਣੀ ਵੀ ਪਿਆ ਕਰੋ ਤੇ ਉਹਨਾਂ ਜ਼ਖਮਾਂ ਤੇ ਮਰਮ ਵੀ ਲਾਇਆ ਕਰੋ। ਤੋ ਜ਼ਾਹਰ ਹੈ ਤੇ ਗੁਰੂ ਸਾਹਿਬ ਦੱਸ ਰਹੇ ਨੇ ਵੀ ਜਿੱਥੇ ਸਿਧਾਂਤ ਆ ਗਿਆ ਉੱਥੇ ਜਿਹੜਾ ਹੈ ਤਾਂ ਇਹ ਹੈ ਪੰਜਾਬ ਦਾ ਦੁਖਾਨ ਕਿ ਅਸੀਂ ਆਪਣੀ ਜੱਟ ਪਹਿਚਾਣ ਨੂੰ ਸਿੱਖ ਪਹਿਚਾਣ ਤੋਂ ਉੱਪਰ ਕੀਤਾ ਹੋਇਆ। ਦੇਖੋ ਮਾਫ ਕਰਨਾ, ਮੈਂ ਤਾਂ ਜੋ ਮੇਰੇ ਪ੍ਰਭਾਵ ਹੈ ਮੈਂ ਉਹ ਤੁਹਾਡੇ ਨਾਲ ਸਾਂਝੇ ਕਰ ਰਿਹਾ। ਮੈਂ ਨਹੀਂ ਕਹਿੰਦਾ ਕਿ ਮੈਂ ਠੀਕ ਆ ਜਾਂ ਗਲਤ ਆ, ਪਰ ਮੈਂ ਆਪਣੇ ਜੋ ਤੁਹਾਨੂੰ ਦੱਸਦਾ ਵੀ ਮੈਨੂੰ ਕਿੱਥੋਂ ਲੱਗਦਾ ਹੈ ਕਿੱਥੋਂ ਸਾਡੀ ਜਿਹੜੀ ਹੈ ਇਹ ਸਾਰੀਆਂ ਗੱਲਾਂ ਫਿਰ ਅਖੀਰ ਉੱਥੇ ਹੀ ਆ ਜਾਂਦੀਆਂ ਵੀ ਜਿਹੜੀ ਪੰਜਾਬ ਦੀ ਬੌਧਿਕ ਕੰਗਾਲੀ ਹੈ ਇਹ ਕੌਣ ਨਿਰਣਾ ਕਰੇ ਕਿ ਕਿਹੜੀ ਪਹਿਚਾਣ ਉੱਪਰ ਹੋਣੀ ਚਾਹੀਦੀ ਹੈ? ਇਹ ਬੁੱਧ ਜੀਵਨ ਦਾ ਕੰਮ ਹੈ। ਇਹ ਬੌਧਿਕ ਜਿਹੜਾ ਹੈ ਵਰਗ ਉਹਨੇ ਦੱਸਣਾ ਸੀ, ਲੇਕਿਨ ਉਹ ਆਪਣਾ ਜ਼ਾਹਰ ਹੈ ਕਿ ਫਿਰ ਜਿਹੜਾ ਹੈ ਵੀ ਸਾਡੇ ਜਿਹੜੀ ਜਦ ਅਸੀਂ ਕਹਿੰਦੇ ਕਿ ਪੰਜਾਬ ਦਾ ਜਿਹੜਾ ਦੁਖਾਂਤ ਹੈ, ਪੰਜਾਬ ਦਾ ਜਿਹੜਾ ਨਿਗਾਰ ਹੈ ਇਹ ਸਾਮਰਾਜੀ ਗੁਲਾਮੀ ਦੀ ਪ੍ਰੋਡਕਟ ਹੈ। ਤਾਂ ਹੁਣ ਸਾਮਰਾਜੀ ਗੁਲਾਮੀ ਦੇ ਵੀ ਤਿੰਨ ਪੜਾਅ ਨੇ। ਪਹਿਲਾ ਜਿਹੜਾ ਅਸੀਂ 1849 ਜਿਹੜਾ ਬਸਤੀਵਾਦੀ ਗੁਲਾਮੀ, ਦੂਸਰੀ ਸਾਮਰਾਜੀ ਗੁਲਾਮੀ ਔਰ ਤੀਸਰੀ ਜਿਹੜੀ ਅੱਜ ਚੱਲ ਰਹੀ ਹੈ ਗਲੋਬਲਾਈਜੇਸ਼ਨ ਦੀ ਗੁਲਾਮੀ, ਸੰਸਾਰੀ ਵਿਸ਼ਵੀਕਰਨ ਦੀ ਸੰਸਾਰੀਕਰਨ। ਤਾਂ ਹੁਣ ਇਹ ਤਿੰਨੇ ਜਿਹੜੇ ਡਿਫਰੈਂਟ ਸਟੇਜਸ ਨੇ ਗੁਲਾਮੀ ਦੀ। ਜਿਹੜੀ ਪਹਿਲੀ ਜਿਹੜੀ ਗੁਲਾਮੀ ਹੈ ਜਦੋਂ ਅੰਗਰੇਜ਼ ਨੇ ਆ ਕੇ ਸਾਨੂੰ ਫੌਜੀ ਤੌਰ ਤੇ ਫਿਜ਼ੀਕਲੀ ਜਿਸਮਾਨੀ ਤੌਰ ਤੇ ਗੁਲਾਮ ਬਣਾ ਲਿਆ, ਤਾਂ ਉਹ ਸਾਡੀ ਬਸਤੀਵਾਦੀ ਗੁਲਾਮੀ ਹੈ। ਲੇਕਿਨ ਤੁਸੀਂ ਦੇਖੋ ਕਿ ਸਾਡਾ ਸਰੀਰ ਗੁਲਾਮ ਸੀ ਪਰ ਸਾਡਾ ਮਨ ਔਰ ਸਾਡੀ ਰੂਹ ਆਜ਼ਾਦ ਸੀ। ਉਸ ਵੇਲੇ ਕਿੰਨੀਆਂ ਜਿਹੜੀਆਂ ਮੂਵਮੈਂਟ, ਕਿੰਨੀਆਂ ਲਹਿਰਾਂ ਜਿਹੜੀਆਂ ਉੱਠੀਆਂ ਉਸ ਗੁਲਾਮੀ ਦੇ ਖਿਲਾਫ। ਤਾਂ ਜ਼ਾਹਰ ਹੈ ਕਿ ਸਾਡਾ ਸੱਭਿਆਚਾਰ, ਸਾਡੀਆਂ ਕਦਰਾਂ ਕੀਮਤਾਂ ਨਹੀਂ ਖਤਮ ਹੋਈਆਂ। ਹੁਣ ਉਸ ਤੋਂ ਬਾਅਦ ਅਗਲੀ ਸਟੇਜ ਆ ਗਈ ਸਾਮਰਾਜੀ ਗੁਲਾਮੀ। ਹੁਣ ਸਾਮਰਾਜੀ ਗੁਲਾਮੀ ਕੀ ਹੈ? ਹੁਣ ਫੌਜਾਂ ਦਾ ਵਾਪਸ ਬੁਲਾ ਲਈਆਂ, ਸਰਮਾਏ ਦੇ ਜ਼ੋਰ ਨਾਲ ਸਾਨੂੰ ਗੁਲਾਮ ਕਰ ਲਿਆ।
ये मानसिक गुलामी है। शरीरक गुलामी तो असीं मानसिक गुलामी की अवस्था चला गया पंजाब। तो हुण इत्थे आके साडा सभ्याचार भी, साडियां कदरां कीमतां भी खुरनियां शुरू हो गई और उस लैवल की रजिस्टेंस नहीं है, उस लैवल का इस गुलामी के खिलाफ संघर्ष नहीं जो पहला स्टेज होया। उन्नियां लहरां नहीं पंजाब च उठियां। फिर इस तो जी अगली स्टेज है वो अज दी है जी मौजूदा जी ग्लोबलाइजेशन की, संसारीकरण की, विश्वीकरण की गुलामी। हुण कई लोग कहेंगे जी भी इहदे च की फर्क है, संसारीकरण भी जिहड़ा है ये भी साम्राज्य है। तो हुण उत्थे मैं ये कहना कि साम्राज्य ते सरमाएदारी च भी फर्क है। बेशक साम्राज्य अवस्था भी जी है वो भी सरमाएदारी का ही अगों पसार, लेकिन लैनिन ने कहा कि इंपीरियलिज्म इज द हाईएस्ट स्टेज ऑफ कैपिटलिज्म। साम्राज्य जिहड़ा है वो सरमाएदारी की सब तो उपरली अवस्था है। तो हुण बेशक व्यवस्था का सरमाएदारी है, कैपिटलिज्म है, लेकिन इंपीरियलिज्म अपनी एक पछाण रखता है वक्री, वो वक्रियां करैक्टरिस्टिक्स ने, वक्रे गुण ने की ने कि जिहड़ा कैपिटल सीगा दो चीज़ां दसदा भी फाइनेंस कैपिटल और इंडस्ट्रीयल कैपिटल मर्ज हो गया और कैपिटल की इन्नी पावर बन गई सरमाए की कि सरमाए के सिर ते पहला लोगों को फौजां भेज के गुलाम बनाना पैंदा सी, हुण सरमाया उत्थे बैठे सरमाए नाल दूजियां कौमां दूजे देशां नूं गुलाम बनाया। चलो पर हुण तीजी जिहड़ी स्टेज है वो भी तो जब अज भी तो साम्राज्य दौर है, तो फिर विश्वीकरण कितना फर्क है। हुण मेरा ये मनना है कि मैं जो ग्लोबलाइजेशन को डिफाइन किया है कि ग्लोबलाइजेशन इज द हाईएस्ट स्टेज ऑफ इंपीरियलिज्म। जी संसारीकरण अज का जो झूठा संसारीकरण जोड़ा गुरु नानक का भी विश्वीकरण है वो नैतिक विश्वीकरण है। ये है आर्थिक, सिर्फ आर्थिक। इस करके ये जोड़ा है ये साम्राज्य विश्वीकरण है। तो ये जो रवायती साम्राज्य नालों वखरा है, उत्थे सिर्फ पैसे नाल दूजिਆਂ ਨੂੰ गुलाम बनाया जाता है। हुण की है कि वो जिदा एक नेजा सीगा, हुण की है त्रिशूल। हुण पैसा गुलामी का साधन है गुलाम बनाने का, लेकिन उसदा दो चीज़ां होर आ गई हैं, एक सभ्याचार ते एक टैक्नोलॉजी। तो साडे ते तीन पक्खा जिहड़ा अटैक है कि सभ्याचार नूं भी दूजियां कौमां नूं गुलाम बनाने का जिहड़ा है साधन बनाया गया। और किहड़ा सभ्याचार? कंज्यूमर कल्चर, खपतकारी जिहड़ा सभ्याचार, खपत। हुण माफ करना मैं ये गल शायद कौड़ी लगे कि मैं बहुत दुनिया देखी है, बहुत दुनिया घूम फिर के देखी है। जिस हद की कंज्यूमरिज्म पंजाब च है दुनिया के किसी खिते च नहीं है। मेरा चलो मेरे नाल तुसीं सहमत होवो ना हो, असीं सब नूं पिछे छड्ड गए। तो इस करके जी है ये गुलामी की प्रतीक है कि असीं अपना सभ्याचार छड्ड के खपतवादी जिहड़ा सभ्याचार जिहड़ा इन्नी शिद्दत नाल अपनाया है, किसी संसार के किसी होर कौम ने किसी इन्ना नहीं अपनाया जिन्ना असीं अपनाया। तो जाहिर है कि टैक्नोलॉजी भी तुसीं देखदे हो कि हुण लोग जिहड़े ने किद्दां सानूं गुलाम भी बंदे बंदे बैठे आ, मतलब जिहड़ा इत्थे ही लोग जिहड़े तुसीं तां नौजवान प्रवास तो बाद हुंदा है जिसमानी, लेकिन टैक्नोलॉजी द्वारा जिहड़ा इत्थे बैठे बैठे साडे यूथ उत्थे उत्थे दी हो जाती है। तो ये जिहड़ी है टैक्नोलॉजी का उन्होंने टैक्नोलॉजी करके जिहड़ा तुहाडे घर बैठे ही तुसीं इत्थों पराए हो जाते हो। और साडा ह्यूमन इंटरैक्शन नालों हुण शायद तुसीं ये नोट कर दो भी लोग हुण ये हालत हो गई साडे नौजवानों च भी एक दूसरे गल करन नालों डिजिटल कम्यूनिकेशन ज़्यादा है। कई बार लोग मतलब हुण गल करना ही भुल गए, एक बैठे बिठाए लोग नाल एक दूसरे बैठे उत्थे एक दूसरे मैसेज करेगा मेरे वाइफ है असी एक बार वैसे ही असी क्या चलो पटियाले तो चंडीगढ़ बस से भी एक्सपीरियंस करो, तो पंजाबी यूनिवर्सिटी असी नेड़े उतों बस अच्छी बस सी उतों
बठिंडे तो आ रहे थे उतों चंडीगढ़ जा तो तकरीबन 1.5-2 घंटे का रस्ता है। ਹੁਣ सिर्फ उत्थे 2 ही सीटां खाली सी, एक नौजवान लड़की बैठी सी अपना लैके स्मार्टफोन, एक सीट वो इधर सी। उन्हें बिल्कुल मैं सच दस रहा, कोई वधा चढ़ा के नहीं कह। मेरी वाइफ इधर बह गई, मैं इधर बह गया। हूँ तो 1.5-2 घंटे का सफर है। हूँ इस लड़की ने अख ही नहीं चुकी, असीं गल्लां करी जा रहे हैं बंदा। हूँ देखो तुसीं ਇਹ ਸਾਡੀ ਹਾਲਤ ਹੋ ਗਈ ਹੈ ਵੀ ਕਿੰਨਾ ਸਿੰਪਲ ਸੀਗਾ। ਜੇ ਉਹ ਅਸੀਂ ਜਦੋਂ ਉੱਪਰੋਂ ਦੀ ਗੱਲ ਕਰ ਰਹੀ, ਮੇਰੀ ਵਾਈਫ ਮੈਂ ਇੱਦਾਂ ਕਰ ਰਹੀ ਤੇ ਉਹ ਵਿੱਚ ਐਂ ਕਰ ਰਹੀ ਵੀ ਉਹਨੂੰ ਕੋ ਕਹਦੇ ਭਾਈ ਇੱਕ ਇੱਧਰ ਆ ਜਾਓ ਤੁਸੀਂ, ਸਿੰਪਲ ਸੋਲੂਸ਼ਨ। ਆਪਣਾ ਫੋਨ ਜਾਂ ਚੱਕ ਕੇ ਇੱਧਰ ਹੋ ਜਾਂਦੇ, ਮੇਰੀ ਵਾਈਫ ਨੂੰ ਕਹਿੰਦੇ ਤੁਸੀਂ ਇੱਥੇ ਆ ਜਾਓ, ਜਾਂ ਮੈਨੂੰ ਕਹਿੰਦੇ ਤੁਸੀਂ ਇੱਥੇ ਆ ਜਾਓ ਤੇ ਉਹ ਵਿੱਚੋਂ ਦੂਜੀ। ਲੇਕਿਨ ਅਸੀਂ ਹੁਣ ਜੇ ਬੰਦੇ ਰਹੇ ਹੋਏ ਤਾਂ ਸੋਚੀਏ, ਅਸੀਂ ਤਾਂ ਮਤਲਬ ਕੰਜ਼ਿਊਮਰ ਬੜੇ ਨੇ, ਹੁਣ ਅਸੀਂ ਡਿਜੀਟਲਾਈਜ਼ ਹੋ ਰਹੇ। ਇਹ ਜਿਹੜੀ ਹੈ ਇਹ ਗੁਲਾਮੀ ਹੈ। ਇਹ ਤੁਹਾਨੂੰ ਮਤਲਬ ਬੰਦੇ ਨੇ ਪਹਿਲਾਂ ਸਾਨੂੰ ਬੰਦੇ ਤੋਂ ਕੰਜ਼ਿਊਮਰ ਬਣਾਤਾ ਤੇ ਹੁਣ ਕੰਜ਼ਿਊਮਰ ਵੀ ਤੁਹਾਡੀ ਹੋਂਦ ਨਹੀਂ ਹੈ। ਹੁਣ ਤੁਸੀਂ ਡਿਜੀਟਲ ਕੰਕੜਾ ਬਣ ਗਏ, ਬਸ ਮੈਂ ਐਂ ਹੀ ਕਰੀ ਜਾਓ ਤੁਸੀਂ। ਤਾਂ ਇਹ ਜਿਹੜੀ ਹੈ ਇਹ ਮਤਲਬ ਸਾਨੂੰ ਜਿਹੜੀ ਹੈ ਇਹ ਜਿਹੜੀ ਗੁਲਾਮੀ ਹੈ, ਜਿਹੜੀ ਵਿਸ਼ਵੀਕਰਨ ਦੀ ਗੁਲਾਮੀ ਹੈ। ਇਹ ਜੇ ਮੈਂ ਕਹਾਂ ਵੀ ਬਸਤੀਵਾਦੀ ਗੁਲਾਮੀ ਨੇ ਤੁਹਾਡਾ ਸਰੀਰ ਗੁਲਾਮ ਕੀਤਾ, ਸਾਮਰਾਜੀ ਗੁਲਾਮੀ ਨੇ ਤੁਹਾਡਾ ਮਨ ਗੁਲਾਮ ਕਰਤਾ, ਲੇਕਿਨ ਇਸ ਗੁਲਾਮੀ ਨੇ ਤੁਹਾਡੀ ਰੂਹ ਗੁਲਾਮ ਕਰਤੀ। ਹੁਣ ਤੁਹਾਡੀ ਆਤਮਿਕ ਤੌਰ ਤੇ ਜਿਹੜੀ ਗੁਲਾਮ ਬਣ ਗਏ ਤੁਸੀਂ। ਕਿਉਂ? ਸੱਭਿਆਚਾਰ ਦਾ ਰਿਸ਼ਤਾ ਰੂਹ ਦੇ ਨਾਲ ਹੈ। ਜਦੋਂ ਕਿਸੇ ਦਾ ਸੱਭਿਆਚਾਰ ਔਰ ਕਦਰਾਂ ਕੀਮਤਾਂ ਚਲੀਆਂ ਗਈਆਂ, ਉਹ ਫਿਰ ਆਤਮਿਕ ਤੌਰ ਤੇ ਗੁਲਾਮ ਹੈ। ਔਰ ਪੰਜਾਬ ਅੱਜ ਆਤਮਿਕ ਤੌਰ ਤੇ ਗੁਲਾਮ ਹੋ ਚੁੱਕਾ ਹੈ। ਤਾਂ ਇਹ ਜਿਹੜੀ ਚੀਜ਼ ਹੈ ਨਾ ਜੀ, ਕਿ ਇਹ ਕਿਹਦਾ ਫਰਜ਼ ਸੀ ਇਹ ਚੀਜ਼ਾਂ ਦੱਸਣੀਆਂ। ਇਹ ਬਹੁਤ ਲੋਕਾਂ ਦਾ ਕੰਮ, ਇਹ ਪੋਲੀਟੀਸ਼ੀਅਨਾਂ ਦਾ ਕੰਮ ਨਹੀਂ ਹੈ ਅਸੀਂ ਉਹਨਾਂ ਨੂੰ ਗਾਲਾਂ ਕੱਢੇ ਜਾਣ। ਇਹ ਨੈਤਿਕ ਫਰਜ਼ ਸੀ ਪੰਜਾਬ ਦੇ ਬੁੱਧਜੀਵੀਆਂ ਦਾ, ਕਿ ਉਹ ਐਨਾਲਿਸਿਸ ਕਰਕੇ ਦੱਸਦੇ। ਲੇਕਿਨ ਜਿਵੇਂ ਮੈਂ ਪਹਿਲਾਂ ਦੱਸਿਆ, ਉਹ ਤਾਂ ਕਹਿੰਦੇ ਸਾਡੇ ਬੱਚੇ ਉੱਥੇ ਉਹ ਸਿਸਟਮ ਦੇ ਵਿੱਚ ਫਿੱਟ ਕਰਨ ਨੂੰ ਲੱਗੇ ਹੋਏ, ਉਹ ਇੱਥੇ ਕੀ ਸਮਝਾਉਣਗੇ। ਪਰ ਦੂਜੀ ਜਿਹੜੀ ਗੱਲ ਹੈ, ਜਿੱਥੇ ਪੰਜਾਬ ਦੇ ਬੁੱਧਜੀਵੀਆਂ ਨੇ ਜਿਹੜਾ ਪੰਜਾਬ ਨੂੰ ਨਹੀਂ ਸਮਝਾਇਆ ਕਿ ਪੰਜਾਬ ਸਾਰਾ ਜਿਹੜਾ ਹੈਗਾ ਪੱਛਮ ਵੱਲ ਸਾਡਾ ਜਿਹੜਾ ਹੈਗਾ ਝੁਕਾਅ ਹੈ। ਅੱਜ ਤੁਸੀਂ ਦੇਖ ਹੀ ਰਹੇ ਹੋ ਕਿ 70% ਤੋਂ ਜਿਹੜੇ ਨੌਜਵਾਨ ਨੇ ਕੈਨੇਡਾ ਜਾਣਗੇ, ਕਦੋਂ ਸਾਡਾ ਮੁੱਖ ਜਿਹੜਾ ਪ੍ਰਵਾਸ ਹੈ ਕੈਨੇਡਾ ਵੱਲ, ਪੱਛਮ ਵੱਲ। ਲੇਕਿਨ ਅੱਜ ਦੀ ਜਿਹੜੀ ਸੱਚਾਈ ਹੈ ਕਿ ਪੱਛਮ ਤਾਂ ਬਹੁਤ ਪੱਛਮੀ ਸਮਾਜ ਦਾ ਗਰਕ ਚੁੱਕਾ ਹੈ ਬਹੁਤ ਬੁਰੀ। ਹੁਣ ਹੈਰਾਨੀ ਦੀ ਗੱਲ ਹੈ, ਤੁਸੀਂ ਦੇਖੋ 2019 ਦੇ ਵਿੱਚ ਪਿਊ ਜਿਹੜਾ ਹੈ ਇੱਕ ਬੜੀ ਰਿਸਪੈਕਟੇਬਲ ਜਿਹੜੀ ਸੰਸਥਾ ਹੈ ਅਮਰੀਕਾ ਦੀ, ਜਿਹੜੇ ਸਰਵੇਖਣ ਕਰਦੇ, ਉਹਨਾਂ ਦੀ ਇਹੀ ਸਪੈਸ਼ਲਾਈਜੇਸ਼ਨ PEW। ਉਹਨਾਂ ਨੇ ਮਾਰਚ 2019 ਦੇ ਵਿੱਚ ਇੱਕ ਸਰਵੇ ਕਰਾਇਆ ਕਿ ਜਿਹੜਾ ਲੀਡਿੰਗ ਕੰਟਰੀ ਹੈ ਵੈਸਟ ਅਮਰੀਕਾ, ਵੀ ਉੱਥੇ ਦੇ ਲੋਕੀ ਆਪਣਾ ਭਵਿੱਖ ਕਿੱਦਾਂ ਸੋਚ ਰਹੇ, ਅਮਰੀਕਾ ਦਾ ਭਵਿੱਖ ਕਿੱਦਾਂ ਸੋਚ ਰਿਹਾ। 60% ਜਿਹੜੇ ਅਮਰੀਕਨ ਉਹ ਕਹਿੰਦੇ ਵੀ ਅਮਰੀਕਾ ਬਹੁਤ ਮਾੜਾ ਫਿਊਚਰ ਹੈ, ਨਿੱਘਰ ਰਿਹਾ, ਨਿਗਾਰ ਹੋ ਰਿਹਾ, ਗਲੋਬਲ ਡਿਕਲਾਈਨ, ਹਰ ਪਾਸੋਂ ਅਮਰੀਕਾ ਥੱਲੇ ਜਾ ਰਿਹਾ। ਤੇ 31% ਲੋਕ ਨੇ ਉਹ ਕਹਿ ਰਹੇ ਨੇ ਕਿ ਹਾਂ, ਉਹਨਾਂ ਦੇ ਸਰਵੇ 2019 ਦਾ ਕਿ ਉਹ ਕਹਿੰਦੇ ਨੇ ਕਿ ਅਮਰੀਕਾ ਦਾ ਭਵਿੱਖ ਚੰਗਾ ਹੈ। ਤਾਂ 60 ਤੇ 31 ਲਗਭਗ ਡਬਲ, 60 ਤੇ 30 ਇੰਨੀ ਵੱਡੀ ਬਹੁ ਗਿਣਤੀ ਦੇ ਨਾਲ ਅਮਰੀਕਾ ਦੇ ਲੋਕ ਜਿਹੜੇ ਮਹਿਸੂਸ ਕਰਦੇ ਨੇ। ਅੱਛਾ, ਇੱਕ ਜੇ ਹੋਰ ਆਪਾਂ ਉਹਦੇ ਦੇਖੀਏ ਕਿ ਜੇ ਬ੍ਰੇਕਡਾਊਨ ਦੇਖੀਏ ਇਹਦੇ 'ਚ, ਤਾਂ ਜਿਹੜੀ ਮੁੱਖ ਤਰ੍ਹਾਂ ਚਿੱਟੇ ਲੋਕ ਨੇ, ਵਾਈਟ, ਉਹਨਾਂ ਦੀ ਬਹੁਤ ਵੱਡੀ ਮੈਜੋਰਟੀ ਜਿਹੜੀ ਹੈ ਉਹ 60% ਨਹੀਂ, 80-85% ਨਹੀਂ ਮਹਿਸੂਸ ਕਰਦੇ ਕਿ ਸਾਡਾ ਮੁਲਕ ਗਰਕ ਰਿਹਾ। ਸਿਰਫ ਜਿਹੜੇ ਮਾਈਨੋਰਟੀਜ਼ ਨੇ, ਖਾਸ ਕਰਕੇ ਇੰਡੀਅਨ ਲੋਕ ਨੇ, ਇਹ ਕਹਿੰਦੇ ਨੇ ਅਮਰੀਕਾ ਦਾ ਭਵਿੱਖ ਚੰਗਾ ਹੈ। ਜਿਹੜੇ 30% ਚੰਗਾ ਕਹਿਣ ਵਾਲੇ ਹੈਗੇ, ਉਹਦੇ 'ਚ ਜ਼ਿਆਦਾ ਜਿਹੜੇ ਨੇ ਉਹ ਘੱਟ ਗਿਣਤੀਆਂ ਨੇ, ਉਹਦੇ ਸਭ ਤੋਂ ਜ਼ਿਆਦਾ ਇੰਡੀਅਨ ਲੋਕ। ਤਾਂ ਇਹਦਾ ਮਤਲਬ ਅਸੀਂ ਜ਼ਿਆਦਾ ਸਿਆਣੇ ਹਾਂ। ਜਿਹੜੇ ਲੋਕ ਉੱਥੇ ਜੰਮੇ ਪਲੇ ਆ, ਉਹਨਾਂ ਨੂੰ ਆਪਣਾ ਭਵਿੱਖ ਮਾੜਾ ਨਜ਼ਰ ਆ ਰਿਹਾ। ਤੇ ਅਸੀਂ ਜਿਹੜੇ ਬਾਹਰੋਂ ਜਾ, ਹੁਣ ਕੋਈ ਬੰਦਾ ਜਿਹੜਾ ਹੈ ਜਿੱਥੇ ਤੁਸੀਂ ਜੰਮੇ ਪਲੇ, ਉਸ ਸਮਾਜ ਨੂੰ ਤੁਸੀਂ ਜ਼ਿਆਦਾ ਸਮਝਦੇ ਹੋ। ਇੱਕ ਬੰਦਾ ਬਾਹਰੋਂ ਆਉਂਦਾ, ਉਹਨੂੰ ਹਾਲੇ
मैं आप देखा कि ਤੁਹਾਡੀ ਜਿਹੜੀ ਪਹਿਲੀ ਸਮਝ ਬੜੀ ਪੇਤਲੀ ਹੁੰਦੀ ਹੈ। ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਇੱਥੋਂ ਕੈਨੇਡਾ ਇੱਕ ਬੀਬੀ ਚਲੀ ਗਈ ਪ੍ਰਿੰਸੀਪਲ ਪੰਜਾਬ ਤੋਂ ਰਿਟਾਇਰਡ, ਤੇ ਉਹਨੇ ਇੱਕ ਲੇਖ ਲਿਖਤਾ। ਉਹ ਕਹਿੰਦੇ ਜੇ ਧਰਤੀ ਦੇ ਸਵਰਗ ਹੈ ਤਾਂ ਕੈਨੇਡਾ 'ਚ ਹੈ। ਇੱਕ ਬਜ਼ੁਰਗ ਨੇ ਉਹਨੂੰ ਫੋਨ ਕੀਤਾ, ਬੀਬੀ ਤੈਨੂੰ ਕੈਨੇਡਾ ਆਇਆ ਕਿੰਨੀ ਦੇਰ ਹੋਈ? ਕਹਿੰਦੇ 2 ਮਹੀਨੇ। ਉਹ ਕਹਿੰਦਾ ਬੀਬੀ ਜੇ ਤੂੰ 2 ਸਾਲ ਤੋਂ ਬਾਅਦ ਵੀ ਇਹੀ ਲੇਖ ਲਿਖਦੇ ਫਿਰ ਮੈਂ ਤੇਰੀ ਗੱਲ ਮੰਨ ਲਵਾਂ। ਤੋ ਇਹ ਹੈ ਕਿ ਅੱਛਾ ਇਹ ਤਾਂ ਸੀਗਾ 2019 ਦੀ ਗੱਲ। ਹੁਣ ਦੇਖੋ ਉਸ ਤੋਂ ਬਾਅਦ ਕੀ ਹੋਇਆ, ਕਰੋਨਾ। ਔਰ ਜੋ ਕਰੋਨਾ ਨੇ ਅਮਰੀਕਾ 'ਚ ਕਹਿਰ ਮਚਾਇਆ ਹੈ ਉਹ ਸ਼ਾਇਦ ਆਪਾਂ ਜੋ ਦੇਖਦੇ ਸੀ ਉਹ ਕਈ ਗੁਣਾ ਜ਼ਿਆਦਾ ਸੀ। ਔਰ ਉਹਦੇ ਨਾਲ ਫਿਰ ਇੱਕ ਹੋਰ ਵੱਡੀ ਉੱਥੇ ਰੇਸ਼ਲ ਪ੍ਰੋਬਲਮ ਆਈ ਹੈ। ਬਹੁਤ ਸਾਰੇ ਅਮਰੀਕਾ ਦਾ ਜਿੱਦਾਂ ਸਿਆਟਲ ਸ਼ਹਿਰ ਹੈ ਜਿੱਥੋਂ ਮੈਂ ਬਹੁਤ ਸਮਾਂ ਰਿਹਾ, ਉਹ ਸਿਆਟਲ ਸ਼ਹਿਰ ਹੀ ਉਹਨਾਂ ਨੇ ਸ਼ਹਿਰ ਹੀ ਕਾਬੂ ਕਰ ਲਿਆ। ਮਤਲਬ ਕਾਲਿਆਂ ਨੇ ਆ ਕੇ ਮਤਲਬ ਕਾਫੀ ਦੇਰ ਆਕੂਪਾਈ ਕੀਤਾ ਰੱਖਿਆ। ਤੋ ਉਹਦੇ ਨਾਲ ਜਿਹੜਾ ਹੈਗਾ ਇਹ ਜੇ 2021 'ਚ ਸਰਵੇ ਕਰਾਇਆ ਜਾਵੇ ਤਾਂ ਬਹੁਤ 60 ਨਹੀਂ ਹੋਣਗੇ, ਕਿਤੇ ਜ਼ਿਆਦਾ ਲੋਕ ਇਹ ਸਮਝਣਗੇ ਵੀ ਅਮਰੀਕਾ ਦਾ ਭਵਿੱਖ ਬਹੁਤ ਮਾੜਾ ਹੈ। ਅੱਛਾ ਉਹਦੇ ਇੱਕ ਮੈਂ ਤੁਹਾਨੂੰ ਹੁਣੇ ਦੱਸ ਦਿਆਂ ਕਿ ਹੁਣੇ ਲੇਟੈਸਟ ਕੀ ਹੈ ਕਿ ਅਮਰੀਕਾ ਦੇ ਵਿੱਚ ਯੂਨੀਵਰਸਿਟੀਆਂ ਨੂੰ ਅਮਰੀਕਨ ਸਰਕਾਰ ਦੀ ਹਦਾਇਤ ਹੈ ਕਿ ਸਾਡੇ ਜਿਹੜੇ ਹੈ ਬਹੁਤ ਸਾਰੇ ਵਿਦਿਆਰਥੀ ਜਿਹੜੇ ਯੂਨੀਵਰਸਿਟੀਆਂ ਦੇ ਇਹ ਮਾਨਸਿਕ ਬਿਮਾਰੀਆਂ ਤੋਂ ਮਾਨਸਿਕ ਪਰੇਸ਼ਾਨੀ ਤੋਂ ਜਿਹੜੇ ਹੈ ਪੀੜਿਤ ਨੇ, ਔਰ ਕੁਛ ਨਾ ਕੁਛ ਕਰੋ, ਬੜੇ ਸਾਨੂੰ ਵੱਡੇ ਵੱਡੇ ਕਦਮ ਚੱਕਣੇ ਪੈਣਗੇ। ਤੇ ਹੁਣ ਆਪਾਂ ਤੁਸੀਂ ਬਹੁਤ ਸਾਰੇ ਪੰਜਾਬ ਜਿਹੜੇ ਇਸ ਵੇਲੇ ਸਟੂਡੈਂਟ ਜਾਣਾ ਚਾਹੁੰਦੇ ਨੇ ਕੈਨੇਡਾ 'ਚ, ਤੇ ਕੀ ਕੈਨੇਡਾ ਵੱਖਰਾ ਹੈ? ਕੈਨੇਡਾ 'ਚ ਹਾਲਤ ਅਮਰੀਕਾ ਨਾਲੋਂ ਵੀ ਮਾੜੀ ਹੈ। ਔਰ ਹੁਣ ਸੱਚਾਈ ਸਾਹਮਣੇ ਆਉਣ ਲੱਗ ਗਈ ਕਿ ਸਾਡੇ ਜਿਹੜੇ ਬੱਚੇ ਜਾ ਰਹੇ ਨੇ ਬਹੁਤ ਸਾਰੇ ਉਹਨਾਂ 'ਚੋਂ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ, ਔਰ ਬਹੁਤ ਵੱਡੀ ਇਨਸੀਡੈਂਸ ਜਿਹੜਾ ਸੁਸਾਈਡ ਦਾ ਸ਼ੁਰੂ ਹੋ ਚੁੱਕਾ ਹੈ। ਮੈਂ ਦੇਖਿਆ ਕਿ ਇੱਕ ਅੰਗਰੇਜ਼ੀ ਅਖਬਾਰ ਨੇ ਇਹ ਚੀਜ਼ ਅੱਗੇ ਲਿਆਂਦੀ ਹੈ ਕੈਨੇਡਾ 'ਚ, ਔਰ ਇੱਕ ਬੜੇ ਜ਼ਿੰਮੇਵਾਰ ਜਿਹੜੇ ਨੇ ਸਿੱਖ ਲੀਡਰ ਨੇ ਜਿਹੜੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਵੀ ਕਿਹਾ ਕਿ ਬਹੁਤ ਸਾਡੇ ਬੱਚੇ ਜਿਹੜੇ ਨੇ ਇਹ ਕੰਮ ਹੋਣਾ ਸ਼ੁਰੂ। ਤੁਸੀਂ ਹਰ ਇੱਥੇ ਵੀ ਅਸੀਂ ਨਹੀਂ ਦੱਸ ਸਕੇ ਕਿ ਮਤਲਬ ਜਿਹੜਾ ਹੈਗਾ ਉਹ ਪੱਛਮੀ ਸਮਾਜ ਜਿਹੜਾ ਉਹਦੀ ਕੀ ਸਮੱਸਿਆ ਹੈ। ਕਿ ਹੁਣੇ ਹੀ ਫਾਰ ਐਗਜ਼ਾਮਪਲ ਕਿ ਸ਼ਾਇਦ ਤੁਸੀਂ ਇਹ ਸੁਣਿਆ ਹੋਵੇ ਕਿ ਜਿਹੜਾ ਹੈ 2-3 ਦਿਨ ਪਹਿਲਾਂ ਹੀ ਆਈ ਹੈ ਗੱਲ ਕਿ ਜਿਹੜੀ ਟੋਟਲ ਵੈਲਥ ਹੈ, ਦੌਲਤ ਜਿਹੜੀ ਹੈ, ਹੁਣ ਚੀਨ ਅਮਰੀਕਾ ਨਾਲੋਂ ਬਹੁਤ ਅੱਗੇ ਲੰਘ ਗਿਆ। 120 ਖਰਬ ਡਾਲਰ ਦੀ ਉਹਦੀ ਜਿਹੜੀ ਹੈ ਦੌਲਤ ਹੈ, ਜਦ ਕਿ ਅਮਰੀਕਾ ਦੀ 90 ਹੈ। ਪਰ 2000 ਦੇ ਵਿੱਚ ਚੀਨ ਦੀ ਸਿਰਫ 7 ਖਰਬ ਡਾਲਰ ਸੀਗੀ। ਉਹਦਾ ਜਿਹੜਾ ਸੀ ਸੰਸਾਰ ਦੀ ਜੇ ਸਮੁੱਚੀ ਦੌਲਤ ਲੈ ਲਈ ਤਾਂ ਉਹਦਾ 5% ਵੀ ਨਹੀਂ ਬਣਦਾ ਸੀਗਾ ਚੀਨ ਦੀ ਜਿਹੜੀ ਅੱਜ ਜਿਹੜਾ 25% ਦੇ ਨੇੜੇ ਚਲੀ ਗਈ। ਔਰ ਉਸੇ ਦੇਸ਼ੋਂ ਨਾਲ ਅਮਰੀਕਾ ਦੀ ਘਟੀ ਜਾ ਰਹੀ। ਪਰ ਅਸੀਂ ਨਹੀਂ ਮੰਨਦੇ ਕਿ ਪੱਛਮ ਦਾ ਨਿਗਾਰ ਹੋ ਰਿਹਾ, ਅਸੀਂ ਨਹੀਂ ਮੰਨਦੇ ਕਿ ਜਿਹੜਾ ਪੂਰਬ ਦਾ ਉਭਾਰ ਹੋ ਰਿਹਾ। ਕਿਉਂਕਿ ਸਾਡੇ ਬੁੱਧ ਜੀ ਸਾਡੇ ਕਿਉਂ ਨਹੀਂ ਮੰਨਦੇ? ਮਾਨਸਿਕ ਗੁਲਾਮੀ, ਸਾਡੀ ਗੁਲਾਮ ਮਾਨਸਿਕਤਾ ਹੈ। ਅਸੀਂ ਸਮਝਦੇ ਕਿ ਪੂਰਬ ਨਹੀਂ ਚੜ ਸਕਦਾ ਉੱਪਰ, ਹੁੰਦਾ ਪੱਛਮ ਦਾ ਦੌਰ ਹੈ। ਹਾਲਾਂਕਿ ਸਾਰੇ ਅੰਕੜੇ ਸਾਬਤ ਕਰ ਰਹੇ ਨੇ ਕਿ ਵਿਸ਼ਵ ਵਪਾਰ ਲੈ ਲਓ, ਉਹਦਾ ਹਿੱਸਾ ਕਿਹਦਾ ਵੱਧ ਰਿਹਾ ਕਿਹਦਾ ਘਟ ਰਿਹਾ, ਕੋਈ ਵੀ ਪੈਮਾਨਾ ਲੈ ਲਓ। ਮੈਂ ਤਾਂ ਹੁਣ ਇੰਨੇ 40 ਸਾਲ ਅਮਰੀਕਾ ਰਿਹਾ, ਮੈਂ ਤਾਂ ਤੁਹਾਨੂੰ ਸਿੰਪਲ ਜਿਹੀ ਗੱਲ ਦੱਸਦਾ, ਮੈਂ ਆਉਣਾ ਜਾਣਾ ਹੁੰਦਾ ਸੀਗਾ ਤੇ ਪੂਰਬ ਕਿੱਥੇ ਹੈ ਪੱਛਮ ਕਿੱਥੇ ਹੈ ਤੁਸੀਂ 에ਅਰਪੋਰਟ ਤੋਂ ਹੀ ਅੰਦਾਜ਼ਾ ਲਾਓ। ਜਿਹੜੇ 40 ਸਾਲ ਪਹਿਲਾਂ ਅਮਰੀਕਾ ਦੇ, ਇੰਗਲੈਂਡ, ਸਾਰੇ ਯੂਰਪ ਦੇ, ਅਮਰੀਕਾ ਦੇ ਜਿਹੜੇ 50 ਸਾਲ ਪਹਿਲਾਂ ਬਹੁਤ ਅੱਗੇ ਸੀਗੇ ਏਸ਼ੀਆ ਦੇ ਹਵਾਈ ਅੱਡਿਆਂ ਨਾਲ, ਬਹੁਤ ਅੱਗੇ ਸੀ। ਲੇਕਿਨ ਹੁਣ ਜਿੰਨੇ ਦੁਨੀਆ ਲੀਡਿੰਗ ਜਿਹੜੇ ਅੱਡੇ ਨੇ ਹਵਾਈ ਦੇ ਹੈ ਹੀ ਏਸ਼ੀਆ 'ਚ, ਹੁਣ ਅਮਰੀਕਾ ਤੇ ਯੂਰਪ ਦੇ ਤਾਂ ਪ੍ਰਿਮਿਟਿਵ ਲੱਗਦੇ ਆ। ਜੇ ਤੁਸੀਂ ਇੱਕ ਕਰਕੇ ਸਿੰਗਾਪੁਰ ਦੇਖ ਲਓ, ਟੋਕੀਓ ਦਾ ਨਗੇਟੋ ਦੇਖ ਲਓ, ਇੰਚੀਓਨ 에ਅਰਪੋਰਟ ਕੋਰੀਆ ਦੇਖ ਲਓ, ਇਵਨ ਮਲੇਸ਼ੀਆ ਦਾ ਕੋਲਾਲੰਪੁਰ ਦਾ ਦੇਖ ਲਓ,
ਉਹਦੇ ਨੇੜੇ ਤੇੜੇ ਵੀ ਨਹੀਂ, ਕੋਈ ਅਮਰੀਕਾ ਯੂਰਪ ਦੇ ਬਹੁਤ ਪਿੱਛੇ ਤੁਹਾਨੂੰ ਲੱਗ। ਹੁਣ ਤਾਂ ਦਿੱਲੀ ਦਾ ਵੀ ਜਿਹੜਾ 에ਅਰਪੋਰਟ ਹੈ ਉਹ ਵੀ ਤਕਰੀਬਨ ਵਰਲਡ ਲੈਵਲ ਦਾ ਬਣ ਗਿਆ। ਫਿਰ ਵੀ ਅਸੀਂ ਨਹੀਂ ਮੰਨਣ ਨੂੰ ਤਿਆਰ ਕਿ ਏਸ਼ੀਆ ਦਾ ਉਭਾਰ ਹੈ। ਕਿਤੇ ਨਾ ਕਿਤੇ ਤਾਂ ਮੈਂ ਇਹ ਕਹਿੰਦਾ ਕਿ ਸਾਡੇ ਗੁਲਾਮ ਮਾਨਸਿਕਤਾ ਜਿਹੜੇ ਸਾਨੂੰ ਮੰਨਣ ਨਹੀਂ ਦਿੰਦੇ, ਔਰ ਇਹੀ ਸਾਡੇ ਬੁੱਧਜੀਵੀਆਂ ਦਾ ਜਿਹੜਾ ਸਭ ਤੋਂ ਵੱਡਾ ਕਸੂਰ ਹੈ ਕਿ ਉਹ ਆਪਣੀ ਗੁਲਾਮ ਮਾਨਸਿਕਤਾ ਤੋਂ ਆਜ਼ਾਦ ਨਹੀਂ ਹੋਏ। ਤੋ ਜਿਹੜਾ ਬੰਦਾ ਖੁਦ ਨੇ ਆਜ਼ਾਦ ਹੋਇਆ ਦੂਜੇ ਨੂੰ ਕੀ ਕਰਾਏਗਾ। ਤੋ ਫਿਰ ਅਸੀਂ ਦੇਖਦੇ ਹਾਂ ਕਿ ਜੇ ਸਾਮਰਾਜੀ ਗੁਲਾਮੀ ਔਰ ਸਾਮਰਾਜੀ ਵਿਕਾਸ ਦਾ ਜਿਹੜਾ ਨਮੂਨਾ ਅਪਣਾਇਆ ਗਿਆ, ਮਾਡਲ ਅਪਣਾਇਆ ਗਿਆ, ਉਹੀ ਪੰਜਾਬ ਦੇ ਦੁਖਾਂਤ ਦਾ ਕਾਰਨ ਹੈ। ਤਾਂ ਉਹਦੀ ਪੁਸ਼ਟੀ ਹੋ ਜਾਂਦੀ ਹੈ ਕਿ ਸਭ ਤੋਂ ਵੱਡੇ ਪੱਧਰ ਤੇ ਅਸੀਂ ਕਦੋਂ ਅਪਣਾਇਆ? ਹਰੇ ਇਨਕਲਾਬ ਵੇਲੇ। ਹਰੇ ਇਨਕਲਾਬ ਵੇਲੇ ਪੂਰਾ ਹੀ ਅਸੀਂ ਜਿਹੜਾ ਹੈ, ਕਿਉਂਕਿ ਜ਼ਾਹਰ ਹੈ ਕਿ ਪੰਜਾਬ ਜਿਹੜਾ ਹੈ ਖੇਤੀ ਪ੍ਰਧਾਨ ਸੂਬਾ ਹੈ, ਤਾਂ ਸਾਡੀ ਜਿਹੜੀ ਐਗਰੀਕਲਚਰ ਹੈ ਹਰੇ ਇਨਕਲਾਬ ਦੇ ਵੇਲੇ ਪੂਰੀ ਦੀ ਪੂਰੀ ਤਰ੍ਹਾਂ ਆਪਣੀ ਜਿਹੜੀ ਰਵਾਇਤੀ ਜਿਹੜੀ ਸੀ, ਜੋ ਸਾਡੇ ਲੋਕਾਂ ਦੇ ਹਜ਼ਾਰਾਂ ਸਾਲ ਦੇ ਤਜਰਬੇ ਚੋਂ ਸੀ ਵੀ ਕਿਹੜੀ ਫਸਲ ਇੱਥੇ ਲਾਣੀ ਚਾਹੀਦੀ ਹੈ, ਕਿਸ ਤਰ੍ਹਾਂ ਫਸਲਾਂ ਦਾ ਚੱਕਰ ਹੋਣਾ ਚਾਹੀਦਾ ਹੈ, ਉਹ ਸਭ ਕੁਝ ਛੱਡ ਕੇ ਅਸੀਂ ਜੋ ਸਾਨੂੰ ਕਹਿੰਦੇ ਇੱਥੇ ਝੋਨਾ ਲਾਓ, ਇੱਥੇ ਕਣਕ ਲਾਓ। ਅਸੀਂ ਡਾਈਵਰਸਿਟੀ ਆਫ ਕ੍ਰਾਪਸ ਜਿਹੜਾ ਹਜ਼ਾਰਾਂ ਸਾਲਾਂ ਦਾ ਤਜਰਬਾ ਸੀ, ਰੋਟੇਸ਼ਨ ਆਫ ਕ੍ਰਾਪਸ, ਦੋਨੋਂ ਸਿਧਾਂਤ ਛੱਡ ਕੇ ਇਹ ਵੀ ਨਹੀਂ ਸੋਚਿਆ ਕਿ ਪੰਜਾਬ ਜਿਹੜਾ ਹੈਗਾ ਕੀ ਇੱਥੇ ਝੋਨੇ ਲਈ ਫਿੱਟ ਹੈ ਇਹ ਧਰਤੀ। ਹੁਣ ਪੰਜਾਬ ਜਿਹੜਾ ਹੈਗਾ ਅਰਧ ਖੁਸ਼ਕ ਇਲਾਕਾ ਹੈ ਬੁੱਲੇ ਤੋਂ, ਸੈਮੀ ਐਰਿਡ ਜਿਹਨੂੰ ਅੰਗਰੇਜ਼ੀ ਚ ਕਹਿੰਦੇ। ਹੁਣ ਕੀ ਸਬੂਤ ਹੈ ਕਿ ਪੰਜਾਬ ਜਿਹੜਾ ਸੈਮੀ ਐਰਿਡ ਹੈ? ਹੁਣ ਨੈਚੁਰਲ ਵੈਜੀਟੇਸ਼ਨ ਕੀ ਹੈ ਪੰਜਾਬ ਦੀ? ਕੋਈ ਇਲਾਕਾ ਜਿਹੜਾ ਛੱਡ ਦਿਓ ਉੱਥੇ ਕੀ ਸਭ ਤੋਂ ਜ਼ਿਆਦਾ ਕੀ ਹੁੰਦਾ? ਟਿੱਪਰ ਹੋ ਗਿਆ, ਟੱਕ ਉੱਗਦਾ ਹੈ। ਇਹ ਜਿਹੜੀਆਂ ਚੀਜ਼ਾਂ ਕਿੱਥੇ, ਇਹ ਕੀ ਦੱਸਦੇ ਆ ਤੁਹਾਨੂੰ? ਕਿੱਕਰ ਜਿਹੜਾ ਹੈਗਾ ਇਹਦਾ ਮਤਲਬ ਪਾਣੀ ਦੇ ਘਾਟ ਜਿੱਥੇ ਹੋਈ, ਤਾਂ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਉੱਥੇ ਉੱਗਦੀਆਂ। ਹੁਣ ਦੇਖੋ ਤੁਸੀਂ ਕਿ ਜਦ ਕੁਦਰਤੀ ਤੌਰ ਤੇ ਸਾਡਾ ਜਿਹੜਾ ਹੈ, ਸਾਡੀ ਸਟੇਟ ਦਾ, ਸਾਡਾ ਰਾਜ ਜਾਂ ਸਾਡਾ ਖਿੱਤਾ, ਸਾਡਾ ਇਲਾਕਾ ਉਹ ਘੱਟ ਪਾਣੀ ਵਾਲਾ ਹੈ, ਤੇ ਅਸੀਂ ਕੀ ਬੀਜਰ? ਝੋਨਾ, ਜਿਹੜਾ ਸਭ ਤੋਂ ਜ਼ਿਆਦਾ ਪਾਣੀ ਮੰਗਦਾ। ਤੇ ਪਾਣੀ ਕਿੱਥੋਂ ਆਇਆ? ਜ਼ਮੀਨ ਦੇ ਥੱਲਿਓਂ ਪਾਣੀ ਕੱਢਿਆ, ਔਰ ਉਹਦਾ ਨਤੀਜਾ ਤੁਹਾਡੇ ਸਾਹਮਣੇ ਕੀ ਹੋਇਆ? ਜੋ ਪਾਣੀ ਡੂੰਘਾ। ਮੈਂ ਹੁਣ ਆਪਣੀ ਜ਼ਮੀਨ ਤੇ 16 ਫੁੱਟ ਤੇ ਪਾਣੀ ਦਿੱਤਾ। 16 ਅੱਜ ਅੰਦਾਜ਼ਾ ਲਾਓ ਕਿੱਥੇ ਆਪਾਂ ਕਿੰਨਾ ਬੋਰ? 400 ਫੁੱਟ ਬੋਰ ਕਰਨਾ ਪੈਂਦਾ ਹੈ ਪਾਣੀ ਵਾਸਤੇ। ਇਹ ਝੋਨੇ ਦਾ ਕਮਾਲ ਹੈ। ਆਖਰ ਕਿੰਨੀ ਦੇਰ ਤੱਕ, ਕਿੱਥੇ ਤੱਕ ਅਸੀਂ ਪਟਦੇ? ਫਿਰ ਅਸੀਂ ਸਿਰਫ ਪਾਣੀ, ਫਿਰ ਅਸੀਂ ਜਿਹੜਾ ਸਾਰੇ ਦੇ ਸਾਰੀਆਂ ਜੋ ਅਸੀਂ ਕੈਮੀਕਲ ਫਰਟੀਲਾਈਜ਼ਰ, ਇਨਸੈਕਟੀਸਾਈਡ, ਉਹੋ ਜਿਹੇ ਮਤਲਬ ਇਸ ਕੋਈ ਅਸੀਂ ਜਿੱਦਾਂ ਬਹੁਤਾਤ 'ਚ ਵਰਤੀਆਂ ਚੀਜ਼ਾਂ, ਇਹ ਸੋਚਿਆ ਹੀ ਨਹੀਂ ਵੀ ਇਹਨਾਂ ਦਾ ਅਸਰ ਕੀ ਹੋਏਗਾ। ਉਹਦਾ ਹੁਣ ਅਸੀਂ ਦੇ ਰਹੇ ਹਾਂ। ਤੁਸੀਂ ਪੰਜਾਬ ਨੂੰ ਨਾ ਸਿਰਫ ਆਰਥਿਕ ਤੌਰ ਤੇ ਬਰਬਾਦ ਕੀਤਾ, ਪਰ ਇਨਵਾਇਰਨਮੈਂਟ ਵੀ ਪੰਜਾਬ ਦਾ ਅਸੀਂ ਬਰਬਾਦ ਕਰ। ਤੋ ਪੰਜਾਬ ਜੇ ਨਾ ਝੋਨੇ, ਠੀਕ ਹੈ, ਬਹੁਤ ਖੁਸ਼ੀ ਦੀ ਗੱਲ ਹੈ, ਆਪਾਂ ਸਾਰੇ ਬੜੇ ਖੁਸ਼ ਹਾਂ ਵੀ ਕਿਸਾਨਾਂ ਦੀ ਜਿਹੜੀ ਮੰਗਾਂ ਮੰਨੀਆਂ ਗਈਆਂ ਨੇ, ਲੇਕਿਨ ਕੀ ਇਹਦੇ ਨਾਲ ਸੋਲੂਸ਼ਨ ਹੋ ਜਾਏਗਾ ਕਿਸਾਨੀ ਸਮੱਸਿਆ ਦਾ? ਇਹ ਮੈਂ ਨਹੀਂ ਕਹਿੰਦਾ, ਇਹ ਜ਼ਰੂਰੀ ਸੀਗਾ, ਇਹ ਵੀ ਜ਼ਰੂਰੀ ਸੀ ਜੋ ਹੋਇਆ, ਇਹ ਹੋਣਾ ਚਾਹੀਦਾ ਸੀ, ਕਿਉਂਕਿ ਇਹਦੇ ਨਾਲ ਕੀ ਹੋਇਆ ਕਿ ਸਾਨੂੰ ਟਾਈਮ ਮਿਲ ਗਿਆ, ਆਪਣੀਆਂ ਆਦਤਾਂ ਬਦਲਣ। ਜਿਹੜੀਆਂ ਚੀਜ਼ਾਂ ਨੇ ਸਾਨੂੰ ਸੰਕਟ ਧੱਕਿਆ ਸੀਗਾ ਉਹ ਅਸੀਂ ਹੁਣ ਜਿਹੜੀਆਂ ਬਦਲੀਏ। ਔਰ ਸਭ ਤੋਂ ਜਿਹੜੀਆਂ ਚੀਜ਼ਾਂ ਨੇ ਕਿ ਜਿਹੜੀ ਸਾਡੀ ਹਜ਼ਾਰਾਂ ਸਾਲਾਂ ਦਾ ਸਾਡੇ ਲੋਕਾਂ ਦਾ ਤਜਰਬਾ ਸੀ ਵੀ ਉਹਦੇ ਚੋਂ ਜਿਹੜੀ ਡਾਈਵਰਸਿਟੀ ਆਫ ਐਂਡ ਰੋਟੇਸ਼ਨ ਆਫ ਕ੍ਰਾਪਸ ਨਿਕਲੀਆਂ ਸੀ, ਉਹਦੀ ਥਾਂ ਤੇ ਜਿਹੜਾ ਇਹ 2 ਫਸਲਾਂ, 90% ਤੋਂ ਜ਼ਿਆਦਾ ਜਿਹੜੀ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹ 2 ਫਸਲਾਂ ਦੇ ਚੱਕੇ ਹੈਗੀ, ਕਣਕ ਤੇ ਝੋਨਾ ਮੇਨ ਹੈ। ਤੇ ਸਾਰਿਆਂ ਨੂੰ ਪਤਾ ਵੀ ਕਿਸਾਨਾਂ ਦੀ ਮੁੱਖ ਆਮਦਨ ਦਾ ਜਿਹੜਾ ਅੱਜ ਸਾਧਨ ਹੈ ਝੋਨਾ ਹੈਗਾ। ਤੋ ਜਿੰਨਾ ਚਿਰ ਅਸੀਂ ਨਹੀਂ ਬਦਲਾਂਗੇ, ਠੀਕ ਆ, ਹੁਣ ਟਾਈਮ ਮਿਲ ਗਿਆ, ਪਰ ਜੇ ਨਹੀਂ ਬਦਲਾਂਗੇ ਫਿਰ ਅਸੀਂ ਸੰਕਟਗ੍ਰਸਤ ਹੋ ਜਾਵਾਂਗੇ। ਕਿਉਂਕਿ ਅਸੀਂ ਜਿਹੜੀ ਚੀਜ਼ ਕੁਦਰਤੀ ਹੈ, ਜਦੋਂ ਇਹ ਜਿਹੜਾ ਮਾਡਲ ਹੈ ਜਿਹੜਾ ਅਸੀਂ ਅਪਣਾਇਆ, ਇਹ ਗੈਰ ਕੁਦਰਤੀ ਹੈ। ਤੋ ਜਿਹੜੀ ਚੀਜ਼ ਕੁਦਰਤ ਦੇ ਅਗੇਂਸਟ ਹੁੰਦੀ ਹੈ, ਲੋਕਾਂ ਦੇ, ਇਹ ਕਦੇ ਨਹੀਂ ਹੁੰਦਾ। ਕੁਦਰਤ ਔਰ ਲੋਕਾਂ ਦੇ ਜਿਹੜੇ ਹਿੱਤ ਨੇ, ਇੰਟਰਸਟ ਨੇ, ਇਕੱਠੇ ਹੁੰਦੇ ਨੇ। ਤੋ ਜਿਹੜੀ ਚੀਜ਼ ਕੁਦਰਤ ਦੇ ਅਗੇਂਸਟ ਔਰ ਲੋਕਾਂ ਦੇ ਅਗੇਂਸਟ
ਤੋ ਜੇ ਅਸੀਂ ਪੰਜਾਬ ਦੇ ਵਿੱਚ ਜੇ ਕੁਦਰਤ ਦੇ ਵਿਰੁੱਧ ਗਏ ਨਾ, ਉਹ ਪੰਜਾਬ ਦੇ ਲੋਕਾਂ ਦੇ ਵੀ ਵਿਰੁੱਧ ਗਏ ਸੀ। ਤੋ ਹੁਣ ਹਰਾ ਇਨਕਲਾਬ ਹੈ ਜਿੱਥੇ ਅਸੀਂ ਵੱਡੇ ਸਕੇਲ ਤੇ ਜਾ ਕੇ ਅਸੀਂ ਜਿਹੜਾ ਹੈ ਇੱਕ ਗੈਰ ਕੁਦਰਤੀ ਔਰ ਲੋਕ ਵਿਰੋਧੀ ਜਿਹੜਾ ਵਿਕਾਸ ਦਾ ਨਮੂਨਾ ਅਪਣਾ ਲਿਆ। ਇਹ ਕਿਉਂ ਹੋਇਆ? ਹੁਣ ਮੇਰਾ ਇਹ ਹੈਗਾ ਕਿ ਹੋਇਆ ਕੀ ਹੈ ਜਿਹਨੂੰ ਅਸੀਂ ਹਰਾ ਇਨਕਲਾਬ ਕਹਿੰਦੇ। ਕੋਈ ਇਨਕਲਾਬ ਵਗੈਰਾ ਨਹੀਂ ਹੋਇਆ, ਇਹ ਤਾਂ ਸਗੋਂ ਜੇ ਆਪਾਂ ਕਹੇ ਕਾਊਂਟਰ ਰੈਵੋਲੂਸ਼ਨ ਹੈ। ਕਿਉਂਕਿ ਜਿਹੜੀ ਪੰਜਾਬ ਦੀ ਅਮੀਰ ਕਿਸਾਨੀ ਸੀਗੀ ਉਹਨੇ ਅਮਰੀਕੀ ਸਾਮਰਾਜ ਨਾਲ ਗੱਠਜੋੜ ਕਰ ਲਿਆ ਔਰ ਉਹ ਕਿਸਾਨੀ ਰਹੀ ਨਹੀਂ, ਉਹ ਸਰਮਾਏਦਾਰ ਜਮਾਤ ਬਣ ਗਈ। ਉਹ ਵਿਸ਼ਵ ਜਿਹੜੀ ਐਗਰੀਕਲਚਰ ਸੀਗੀ ਉਹ ਮਤਲਬ ਸਾਡੇ ਜਿਹੜੀ ਖੇਤੀ ਸੀ ਉਹ ਵਿਸ਼ਵ ਸਰਮਾਏਦਾਰੀ ਮੰਡੀ ਦੇ ਵਿੱਚ ਇੰਟੈਗਰੇਟ ਹੋ ਗਈ। ਲੇਕਿਨ ਉਹਦੇ 'ਚ ਕਦੋਂ ਕੋਈ ਮਾੜੀ ਗੱਲ ਨਹੀਂ, ਇਹਦੀ ਕੋਈ ਕੱਪ ਹੁੰਦਾ ਕੁਦਰਤੀ ਤੌਰ ਤੇ ਬਾਕੀ ਥਾਂ ਤੇ ਵੀ ਹੋਇਆ ਵੀ ਕਿਸਾਨੀ ਨੇ ਸਰਮਾਏਦਾਰੀ ਜਮਾਤ ਬਣਨਾ। ਫਿਰ ਪੰਜਾਬ 'ਚ ਕੀ ਮਾੜਾ ਹੋ ਗਿਆ ਜੇ ਇੱਦਾਂ ਹੋ ਗਿਆ? ਹੁਣ ਮਾੜਾ ਇਹ ਹੋਇਆ ਕਿ ਇੱਕ ਜਿਹੜੀ ਕੁਦਰਤੀ ਤੌਰ ਤੇ ਅਗਰ ਵਿਕਸਿਤ ਹੁੰਦੀ ਕੋਈ ਚੀਜ਼ ਵੀ ਸਾਡੀ ਜਿਹੜੀ ਕਿਸਾਨੀ ਦੇ ਸਰਮਾਏਦਾਰੀ ਜਮਾਤ ਬਣਦੀ, ਹੌਲੀ 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 ਜਦ ਸਹਿਜ ਪੱਕੇ ਸੋ ਮਿੱਠਾ ਹੋਵੇ ਤਾਂ ਉਹਨੂੰ ਕੁਝ ਅਕਲ ਆਉਂਦੀ, ਕੋਈ ਉਹਨੂੰ ਸਲੀਕਾ ਆਉਂਦਾ। ਕਿਉਂਕਿ ਸਰਮਾਏਦਾਰੀ ਦਾ ਕੋਈ ਸਲੀਕਾ ਹੈ, ਕੋਈ ਤੌਰ ਤਰੀਕੇ ਨੇ। ਲੇਕਿਨ ਅਸੀਂ ਇੱਕ ਉਹ ਜੱਟ ਸਰਮਾਏਦਾਰੀ ਪੈਦਾ ਕੀਤੀ ਹੈ, ਉਹ ਜੱਟ ਤੋਂ ਮੇਰਾ ਇਹ ਮੰਨਣਾ ਕਿ ਅਸੀਂ ਹਰੇ ਇਨਕਲਾਬ ਤੋਂ ਬਾਅਦ ਪੰਜਾਬ ਉਜੜਵਾਦ ਦੇ ਦੌਰ ਚ ਆਇਆ। ਕਿਉਂਕਿ ਇਹ ਜਿਹੜੀ ਨਵੀਂ ਸਰਮਾਏਦਾਰੀ ਦੀ ਵਿਕਸਿਤ ਹੋਈ ਹੈ, ਇਸ ਨੂੰ ਕੋਈ ਨਾ ਸਲੀਕਾ ਸੀ, ਨਾ ਇਹਨੂੰ ਕੋਈ ਸਰਮਾਏਦਾਰੀ ਬਾਕੀਆਂ ਵਰਗੀ ਸਮਝ ਸੀ, ਨਾ ਇਹਦੇ ਵਿੱਚੋਂ ਐਫੀਸ਼ੀਐਂਸੀ ਸੀ। ਅਸੀਂ ਸਭ ਤੋਂ ਇਨਐਫੀਸ਼ੀਐਂਟ ਔਰ ਸਭ ਤੋਂ ਉਜੜ ਜਮਾਤ। ਦੂਸਰੀ ਜਿਹੜੀ ਕੀ ਚੀਜ਼ ਸੀ ਕਿ ਇਹਨਾਂ ਨੇ ਜਿਹੜਾ ਹੈ ਜਿਹਨੂੰ ਆਪਾਂ ਕਹਿੰਦੇ ਪੰਜਾਬੀ ਸੂਬਾ ਬਣ ਗਿਆ। ਇੱਕ ਪੰਜਾਬੀ ਸੂਬਾ ਤਾਂ ਬਣਿਆ ਹੀ ਨਹੀਂ। ਮਾਫ ਕਰਨਾ ਮੈਂ ਆਪਣੇ ਪ੍ਰਭਾਵ ਵੀ ਸੂਬਾ ਕਿੱਥੇ ਬਣਿਆ? ਇਹਨਾਂ ਨੇ ਤਾਂ ਸਿੱਖ ਸੂਬਾ ਬਣਾਇਆ। ਹੁਣ ਸਿੱਖ ਸੂਬਾ ਬਣਾਉਂਦੇ ਕੋਈ ਮਾੜੀ ਗੱਲ ਨਹੀਂ ਸੀ, ਲੇਕਿਨ ਇਹਨਾਂ ਨੇ ਜਿਹੜੀ ਭਾਵਨਾ ਇਹ ਨਹੀਂ ਸੀ ਕਿ ਸਿੱਖਾਂ ਦਾ ਕੋਈ ਸਵਾਲ ਹੈ ਜਾਂ ਪੰਜਾਬੀਆਂ ਦਾ ਕੋਈ ਸਵਾਲ ਹੈ। ਇਹਨਾਂ ਨੇ ਜਿਹੜਾ ਪੰਜਾਬੀ ਸੂਬਾ ਬਣਾਇਆ ਉਹ ਸਾਡੇ ਭਾਰਤੀ ਸੰਵਿਧਾਨ ਦੇ ਅਨੁਕੂਲ ਸੀ ਕਿ ਭਾਰਤੀ ਸੰਵਿਧਾਨ ਇਹ ਕਹਿੰਦਾ ਕਿ ਹਰ ਇੱਕ ਬੋਲੀ ਦੇ ਆਧਾਰਿਤ ਇੱਕ ਸੂਬਾ ਹੋਣਾ ਚਾਹੀਦਾ। ਤਾਂ ਕੋਈ ਮਾੜੀ ਗੱਲ ਨਹੀਂ, ਪੰਜਾਬੀ ਦਾ ਵੀ ਹੋਣਾ ਚਾਹੀਦਾ ਸੀ। ਲੇਕਿਨ ਪੰਜਾਬੀ ਦੇ ਆਧਾਰ ਸੂਬਾ ਬਣਿਆ ਹੀ ਨਹੀਂ। ਹੁਣ ਬਣਿਆ ਕਿੱਥੇ ਸੂਬਾ? ਸੂਬਾ ਦਾ ਆਧਾਰ ਕੀ ਬਣਿਆ? ਸੈਂਸਸ ਫਿਗਰਸ, ਮਰਦਮਸ਼ੁਮਾਰੀ ਦੇ। ਮਰਦਮਸ਼ੁਮਾਰੀ ਜਿਹੜੀ ਹੈ 1951 1961 ਉਹ ਤਾਂ ਝੂਠੀ ਹੈ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਲਗਭਗ ਸਾਰੇ ਹਿੰਦੂਆਂ ਨੇ ਆਪਣੀ ਮਾਂ ਬੋਲੀ ਹਿੰਦੀ ਲਿਖਾਈ ਹੈ। ਇਹਦਾ ਨਹਿਰੂ ਵੀ ਕਹਿੰਦਾ ਕਿ ਇਹ ਗਲਤ ਅੰਕੜੇ ਹੈ। ਤੋ ਇਹਦਾ ਮਤਲਬ ਜਿਹੜਾ ਹੈ ਪੰਜਾਬੀ ਦਾ ਨਾ ਹੋਈ। ਤੇ ਜਦੋਂ ਤੁਸੀਂ ਉਹਨੂੰ ਮੰਨ ਲੈਂਦੇ ਹੋ ਵੀ ਸਿੱਖਾਂ ਨੇ ਪੰਜਾਬੀ ਲਿਖਾਈ, ਹਿੰਦੂਆਂ ਨੇ ਹਿੰਦੀ ਲਿਖਾਈ, ਜੇ ਤੁਸੀਂ ਉਸ ਨੂੰ ਆਧਾਰ ਮੰਨ ਲੈਂਦੇ ਹੋ ਤੇ ਇਹਦਾ ਮਤਲਬ ਸਿੱਖ ਸੂਬਾ ਬਣਾ ਰਹੇ। ਫਿਰ ਪੰਜਾਬੀ ਸੂਬਾ ਦਾ ਨਾ ਬਣਾਇਆ। ਪੰਜਾਬੀ ਸੂਬਾ ਕਿੱਦਾਂ ਬਣਦਾ? ਜਿਹੜੇ ਅਸੀਂ ਮੰਨਦੇ ਆ ਕਿ ਗਲਤ ਅੰਕੜੇ ਆ, ਇਹਨਾਂ ਨੂੰ ਅਸੀਂ ਕਹਿੰਦੇ ਅਸੀਂ ਨਹੀਂ ਮੰਨਦੇ। ਅਸੀਂ ਤਾਂ ਪੰਜਾਬੀ ਕਿੱਥੇ ਤੱਕ ਬੋਲੀ ਜਾਂਦੀ ਹੈ ਇਹਦਾ ਫੈਸਲਾ ਕੌਣ ਕਰੇ? ਤੋ ਅਸੀਂ ਨਿਰਪੱਖ ਲਿੰਗੁਇਸਟਿਕ ਐਕਸਪਰਟ ਲਿਆਂਦੇ, ਉਹਨਾਂ ਨੂੰ ਕਹਿੰਦੇ ਸਾਨੂੰ ਨਿਸ਼ਾਨਦੇਹੀ ਕਰੋ ਕਿੱਥੇ ਤੱਕ ਪੰਜਾਬੀ ਬੋਲੀ ਜਾਂਦੀ ਹੈ। ਉਹ ਸਾਰੇ ਦਾ ਸਾਰਾ ਇਲਾਕਾ ਪੰਜਾਬ ਦਾ ਹੋਣਾ ਚਾਹੀਦਾ ਸੀ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ। ਪੰਜਾਬੀ ਬੋਲੀ ਦੇ ਦਾ ਅੱਛਾ। ਫਿਰ ਹੁਣ ਦੂਸਰੀ ਇਹਨਾਂ ਨੇ ਕਹਿੰਦੇ ਕਿਉਂ ਇੱਕ ਇਹਨਾਂ ਨੂੰ ਸਿੱਖੀ ਨਾਲ ਲਗਾ ਸੀ ਕਿ ਸਿੱਖ ਸੂਬਾ ਬਣਾਉਣਾ ਨਹੀਂ। ਇਹ ਕਹਿੰਦੇ ਸੀ ਕਿ ਇੰਨਾ ਕੁ ਬਣਾ ਲਓ ਜਿੱਥੇ ਪੂਰਾ ਸਾਡਾ ਕੰਟਰੋਲ ਰਹੇ, ਮਤਲਬ ਸਾਡੀ ਹੋਈ ਹਕੂਮਤ ਬਣੇ ਇੱਥੇ। ਪਰ ਤੁਸੀਂ ਦੇਖੋ, ਲੇਕਿਨ ਜਦੋਂ ਆਏ ਨੇ ਤੇ ਇਹਨਾਂ ਨੇ ਆਪਣੇ ਜਿਹੜੀ ਸਿੱਖ ਸਿਧਾਂਤ ਸੀ, ਸਿੱਖ ਵਿਰਾਸਤ ਪੂਰੀ ਤਰ੍ਹਾਂ ਉਹਨੂੰ ਤਲੰਜ ਨਹੀਂ ਦਿੱਤੀ। ਪਹਿਲਾਂ ਪੰਜਾਬੀ ਮਾਂ ਨਾਲ ਗਦਾਰੀ ਕੀਤੀ, ਫਿਰ ਇਹਨਾਂ ਨੇ ਸਿੱਖ ਸਿਧਾਂਤ, ਸਿੱਖ ਜਿਹੜੀ ਨੈਤਿਕਤਾ ਸੀ ਸਭ ਛੱਡ ਦਿੱਤੀ। ਤੋ ਜੇ ਸਿੱਖ ਨੈਤਿਕਤਾ ਹੁੰਦੀ ਤੇ ਫਿਰ ਸਰਬ ਸਾਂਝੇਵਾਲਤਾ ਹੋਣੀ ਚਾਹੀਦੀ, ਸਾਰਿਆਂ ਦੇ ਭਲੇ ਦੀ ਗੱਲ ਹੋਣੀ। ਇਹ ਤਾਂ ਜਿਹੜੇ ਲੋਕ ਕਾਬਜ ਹੋਏ ਨੇ ਸਿਵਾਏ ਆਪਣਾ ਟੱਬਰ ਪਾਲਣ ਤੋਂ ਉਹਨਾਂ ਦੇ ਕਿਸੇ ਦਾ ਉਹਨਾਂ ਨੂੰ ਖਿਆਲ ਹੀ ਨਹੀਂ। ਫਿਰ ਸਿੱਖੀ ਕਿੱਥੇ ਗਈ ਇਹਨਾਂ ਦੀ? ਜ਼ਾਹਰ ਹੈ ਕਿ ਜਿਹੜੀ ਮਤਲਬ ਇਹ ਨਾ ਪੰਜਾਬੀ ਨੂੰ ਸਿੰਸੀਅਰ ਨੇ, ਨਾ ਇਹ ਸਿੱਖੀ ਨੂੰ ਸਿੰਸੀਅਰ ਨੇ, ਸਿਰਫ
ਆਪਣੇ ਆਪ ਨੂੰ ਔਰ ਆਪਣੇ ਕੁਣਬੇ ਨੂੰ ਜਿਹੜੇ ਲੋਕ ਸਿੰਸੀਅਰ ਨੇ, ਉਹੀ ਲੋਕ ਜਿਹੜੇ ਉਹਨਾਂ ਨੇ ਜੋ ਅੱਜ ਪੰਜਾਬ ਜਿਸ ਹਾਲਾਤ 'ਚ ਹੈ, ਉਹ ਜ਼ਾਹਰ ਹੈ ਕਿ ਸਭ ਤੋਂ ਵੱਡੀ ਉਹਨਾਂ ਦੀ ਜ਼ਿੰਮੇਵਾਰੀ ਹੈ। ਤਾਂ ਹੁਣ ਮੈਂ ਆਂਦਾ ਜਿਹੜਾ ਮਤਲਬ ਆਪਾਂ ਜਿਵੇਂ ਕਿਹਾ ਸੀ ਤਿੰਨ, ਹੁਣ ਪ੍ਰਵਾਸ ਦੀ ਆਪਾਂ ਗੱਲ ਕਰੀਏ। ਹੁਣ ਕੋਈ ਪ੍ਰਵਾਸ ਕੋਈ ਮਾੜੀ ਚੀਜ਼ ਨਹੀਂ ਹੈ, ਲੇਕਿਨ ਗੱਲ ਇਹ ਹੈ ਕਿ ਕੀ ਪ੍ਰਵਾਸ ਕੁਦਰਤੀ ਹੈ ਕਿ ਇਹ ਸਾਮਰਾਜੀ ਪ੍ਰਵਾਸ ਹੈ। ਹੁਣ ਜੇ ਆਪਾਂ ਦੇਖਦੇ ਹਾਂ ਪੰਜਾਬ ਦੇ ਵਿੱਚ ਤਾਂ ਪ੍ਰਵਾਸ ਦੇ ਸਾਨੂੰ ਦੋ ਵੱਖ-ਵੱਖ ਜਿਹੜੇ ਪੱਖ ਸਪਸ਼ਟ ਨਜ਼ਰ ਆਉਂਦੇ ਆ। ਪਹਿਲਾ ਜਿਹੜਾ ਪ੍ਰਵਾਸ ਪੰਜਾਬ 'ਚ ਹੋਇਆ ਉਹ ਕੁਦਰਤੀ ਪ੍ਰਵਾਸ ਹੈ। ਕੁਦਰਤੀ ਕੀ ਹੁੰਦੇ ਆ? ਕੁਦਰਤੀ ਔਰ ਸਾਮਰਾਜੀ 'ਚ ਕੀ ਫਰਕ ਹੈ? ਕੁਦਰਤੀ ਜਿਹੜੀ ਹੈ ਲੋੜਾਂ ਦੇ ਜਿਹੜੀ ਕੁਦਰਤ ਲੋੜਾਂ ਦੇ ਸਿਧਾਂਤ ਤੇ ਖੜੀ ਹੈ। ਜਿਹੜੀ ਚੀਜ਼ ਖਾਸ਼ਾ ਦੇ ਆਧਾਰਿਤ ਹੈ ਉਹ ਸਾਮਰਾਜੀ ਸਰਮਾਏਦਾਰੀ ਦੀ ਹੈ, ਉਹ ਗੈਰ ਕੁਦਰਤੀ ਹੈ। ਖਾਸ਼ਾ ਜਿਹੜੀਆਂ ਨੇ ਉਹ ਕੁਦਰਤ ਨਾਲ ਟੱਕਰ ਲੈਂਦੇ। ਤਾਂ ਪਹਿਲਾ ਜਿਹੜਾ ਪ੍ਰਵਾਸ ਹੈ ਪੰਜਾਬ ਤੋਂ ਉਹ ਕੁਦਰਤੀ ਹੈ। ਕਿਉਂ ਕਿ ਜਿਹੜੀ ਸਭ ਤੋਂ ਪਹਿਲਾ ਪ੍ਰਵਾਸ ਹੈ ਦੁਆਬਾ ਖੇਤਰ ਸ਼ੁਰੂ ਹੁੰਦਾ ਹੈ ਕਿ ਦੁਆਬਾ ਜਿਹੜਾ ਸਾਰਿਆਂ ਤੋਂ ਸੰਘਣੀ ਵਸੋਂ ਹੈ, तो ਜ਼ਮੀਨ ਦੀ ਜਿਹੜੀ ਮਲਕੀਅਤ ਘਟ ਗਈ ਹੈ, ਲੋਕਾਂ ਦਾ ਜਿਹੜਾ ਖੇਤੀਬਾੜੀ ਨਾਲ ਗੁਜ਼ਾਰਾ ਨਹੀਂ ਹੋ ਰਿਹਾ, ਤਾਂ ਉਹ ਬਾਹਰੋਂ ਜਾ ਕੇ ਪੈਸਾ ਕਮਾ ਰਹੇ। ਲੇਕਿਨ ਅੱਜ ਦੇ ਪ੍ਰਵਾਸੀਆਂ ਤੋਂ ਉਹਨਾਂ ਦਾ ਫਰਕ ਦੇਖੋ। ਇਹ ਲੋਕ ਬਾਹਰ ਜਾਂਦੇ ਨੇ ਪ੍ਰਵਾਸ ਕਰਕੇ, ਲੇਕਿਨ ਹੱਡ ਭੰਨਵੀਂ ਮਿਹਨਤ ਕਰਦੇ ਆ। ਉਹਨਾਂ ਦੀ ਬੜੀ ਸਾਦੀ ਲਾਈਫ ਹੈ, ਬੜੀ ਸੰਜਮੀ ਲਾਈਫ ਹੈ ਇਹਨਾਂ ਲੋਕਾਂ ਦੀ। ਮੈਂ ਤਾਂ ਬਹੁਤ ਪੂਰੀ ਤਰ੍ਹਾਂ 100 ਸਾਲ ਤੋਂ ਮੈਂ ਬਹੁਤ ਡੂੰਘਾਈ ਨਾਲ ਜਾ ਕੇ ਦੇਖਿਆ ਪ੍ਰਵਾਸ ਤੋਂ। ਉਹਨਾਂ ਦੇ ਸਾਰੇ ਮਤਲਬ ਜਿਹੜੇ ਪਰਿਵਾਰ ਨੇ ਜਿਹੜੇ 100 ਸਾਲ ਤੋਂ ਵੱਧ ਬੈਠੇ ਨੇ, ਉਹਨਾਂ ਦੇ ਘਰ ਜਾ ਕੇ ਉਹਨਾਂ ਨੇ ਸਾਰੀਆਂ ਚੀਜ਼ਾਂ ਦੇਖੀਆਂ ਨੇ ਬੜੀ ਡੂੰਘਾਈ ਨਾਲ। ਮੈਂ ਉਹ ਬੜੇ ਸਾਦੇ ਲੋਕ ਸੀ, ਬੜੇ ਮਿਹਨਤੀ ਲੋਕ ਸੀ, ਔਰ ਪੈਸਾ ਉੱਥੇ ਕਮਾਉਂਦੇ ਸੀ, ਪੈਸਾ ਇੱਥੇ ਲਿਆਂਦੇ। ਉਹਨਾਂ ਨੇ ਆਪਣੇ ਪਰਿਵਾਰਾਂ ਦਾ ਵੀ ਸਵਾਰਿਆ, ਆਪਣੇ ਇਲਾਕੇ ਦਾ ਸਵਾਰਿਆ। ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਜਿੰਨੇ ਉਹਨਾਂ ਨੇ ਆ ਕੇ ਇੱਥੇ ਸਕੂਲ ਬਣਾਏ, ਕਾਲਜ ਬਣਾਏ, ਹਸਪਤਾਲ ਬਣਾਏ, ਹੋਰ ਕੁਛ ਗੁਰਦੁਆਰਾ ਸਾਹਿਬਾਨ ਨਾਲ ਯਾਤਰੂਆਂ ਵਾਲੇ ਕਮਰੇ ਬਣਵਾਤੇ। ਹਰ ਤਰ੍ਹਾਂ ਉਹਨਾਂ ਪ੍ਰਵਾਸੀਆਂ ਦੀ ਹਾਂ ਪੱਖੀ ਦੇਣ ਹੈ ਪੰਜਾਬ ਦੇ ਵਿੱਚ, ਪੰਜਾਬ ਦੇ ਵਿਕਾਸ। ਅੱਜ ਦਾ ਪ੍ਰਵਾਸੀ ਕੀ ਕਰਦਾ ਹੈ? ਅੱਜ ਦਾ ਪ੍ਰਵਾਸੀ ਨਾ ਸਿਰਫ ਆਪ ਜਾ ਰਿਹਾ, ਉਹ ਬਲਕਿ ਉਹ ਮਾਂ-ਬਾਪ ਨੂੰ ਕਹਿੰਦਾ ਕਿ ਤੁਸੀਂ ਕੀ ਕਰਨਾ, ਤੁਸੀਂ ਇੱਥੇ ਕੀ ਕਰਨਾ ਹੈ, ਇੱਥੇ ਜੋ ਬਚਿਆ ਖੁਚਿਆ ਵੀ ਵੇਚੋ ਤੇ ਪੈਸਾ ਇੱਥੇ ਲਿਆਓ। ਔਰ ਨਾ ਉਹ ਇਸ ਧਰਤੀ ਨੂੰ ਸਿੰਸੀਅਰ ਹੈ, ਇੱਥੋਂ ਤੱਕ ਆਪਣੇ ਮਾਂ-ਬਾਪ ਨੂੰ ਵੀ ਉਹਨਾਂ ਦਾ ਬੁਢਾਪਾ ਰੋਲ ਰਿਹਾ। ਉਹਨਾਂ ਨੂੰ ਕਹਿੰਦਾ ਤੁਸੀਂ ਆ ਜਾਓ। ਕਿਉਂ? ਇਹ ਨਹੀਂ ਕਿ ਮਾਂ-ਬਾਪ ਦੀ ਸੇਵਾ ਕਰਨੀ ਹੈ। ਮਾਂ-ਬਾਪ ਨੂੰ ਉੱਥੇ ਲਿਜਾ ਕੇ ਕਹਿੰਦੇ ਦੇਖੋ ਅਸੀਂ ਬੰਦਾ ਜਨਾਨੀ, ਸਾਨੂੰ ਕੰਮ ਕਰਨਾ ਪੈਂਦਾ, ਕਿਸ਼ਤਾਂ ਭਰਨੀਆਂ ਪੈਂਦੀਆਂ, ਤੁਸੀਂ ਆਓ ਸਾਡੇ ਬੱਚੇ ਸਾਡਾ ਘਰ ਸਾਂਭੋ ਤਾਂ ਕਿ ਅਸੀਂ ਦੋਨੋਂ ਜਾਣੇ ਕਮਾ ਕੇ ਆਪਣੇ ਕਿਸ਼ਤਾਂ ਦੇ ਦਈਏ। ਉਹਨਾਂ ਦੀ ਜੇ ਪੈਨਸ਼ਨ ਲਿਆਉਂਦੇ ਤਾਂ ਪਹਿਲਾਂ ਹੀ ਪੈਨਸ਼ਨ ਹੱਥ 'ਚ ਵੀ ਨਹੀਂ ਪਹੁੰਚਦੀ, ਤਾਂ ਪੈਨਸ਼ਨ ਜਿਹੜੀ ਹੈ ਉਹ ਲੈ ਕਹਿੰਦੇ ਸਾਨੂੰ ਮਤਲਬ ਇਹ ਕਿਸ਼ਤਾਂ ਨਹੀਂ ਪੂਰੀਆਂ ਹੁੰਦੀਆਂ। ਤਾਂ ਆਪਣੇ ਮਾਂ-ਬਾਪ ਨੂੰ ਵੀ ਪ੍ਰਵਾਸੀ ਸਕੇ ਨਹੀਂ, ਪੰਜਾਬ ਨੂੰ ਤਾਂ ਕੀ ਸਕੇ ਹੋਣਾ। ਹੁਣ ਤੁਸੀਂ ਕਹੋਗੇ ਜੀ ਇਹ ਗੱਲ ਕਿਸ ਤਰ੍ਹਾਂ ਜਿਹੜੀ ਇਹਦੀ ਪੁਸ਼ਟੀ ਕਿੱਦਾਂ ਹੁੰਦੀ ਹੈ? ਇੱਥੇ ਆ ਬੈਠੇ ਨੇ ਅੱਜ ਆਪਣੇ ਵਿੱਚ ਹੀ ਨੇ, ਇੱਥੇ ਇਹਨਾਂ ਦਾ ਪਿੰਡ ਵੀ ਅੰਮ੍ਰਿਤਸਰ ਦੇ ਨੇੜੇ ਹੀ ਹੈ। ਇਹਨਾਂ ਦੇ ਬੱਚੇ ਕੈਨੇਡਾ 'ਚ ਨੇ, ਇਹਨਾਂ ਨੂੰ ਬੜਾ ਉਹਨਾਂ ਨੇ ਜ਼ੋਰ ਪਾਇਆ ਕਿ ਤੁਸੀਂ ਕੈਨੇਡਾ ਆ ਜਾਓ, 6 ਮਹੀਨੇ ਰਹਿ ਜਾਓ। ਇਹ 2 ਮਹੀਨੇ ਰਹੇ, ਫਿਰ ਕਹਿੰਦੇ ਮੇਰਾ ਜੀ ਨਹੀਂ ਲੱਗਦਾ ਮੈਂ ਜਾ। ਪਰ ਇਹਨਾਂ ਨੇ ਇੱਕ ਗੱਲ ਵੱਖਰੀ ਕੀਤੀ। ਇਹਨਾਂ ਨੇ ਜਿਹੜਾ ਬੰਦਾ 50 ਸਾਲ ਤੋਂ ਉੱਪਰ ਸੀਗਾ ਉਹਨੂੰ ਪੁੱਛਿਆ ਵੀ ਤੁਸੀਂ ਕਿੱਦਾਂ ਮਹਿਸੂਸ ਕਰਦੇ? ਤਾਂ ਇਹਨਾਂ ਦੇ ਸਰਵੇਖਣ ਦੇ ਵਿੱਚ 70% ਤੋਂ ਜ਼ਿਆਦਾ ਲੋਕਾਂ ਦਾ ਜਵਾਬ ਇਹ ਸੀ ਕਿ ਅਸੀਂ ਤਾਂ ਇਦਾਂ ਮਹਿਸੂਸ ਕਰਦੇ ਜਿਵੇਂ ਜੇਲ੍ਹ ਕੱਟ ਰਹੇ ਹੋਈਏ। ਅੱਛਾ, ਹੁਣ ਇਸ ਤੋਂ ਅਗਲੀ ਗੱਲ ਸੁਣੋ ਕਿ 2 ਸਾਲ ਪਹਿਲਾਂ ਮੈਨੂੰ ਇੱਕ ਫਗਵਾੜੇ 'ਚੋਂ ਤੁਸੀਂ ਸ਼ਾਇਦ ਸੁਣਿਆ ਹੋਵੇ, ਆਪਣੇ ਗੁਰਮੀਤ ਪਲਾਈ ਜੀ ਨੇ, ਉਹਨਾਂ ਦੀ ਸੰਸਥਾ ਹੈ, ਪੱਤਰਕਾਰ ਬੜੇ ਜਾਣੇ ਪਛਾਣੇ। ਤਾਂ ਉਹ ਸੰਸਥਾ ਨੇ ਮੈਨੂੰ ਆਪਣੇ ਵੀ ਡਾਕਟਰ ਦੀਪ ਜੀ ਬੈਠੇ ਨੇ ਵੀ ਉਹ ਸੰਸਥਾ ਨਾਲ ਜੁੜੇ ਹੋਏ। ਤਾਂ ਉਹਨਾਂ ਨੇ ਮੈਨੂੰ 2 ਸਾਲ ਪਹਿਲਾਂ, ਲਗਭਗ 2 ਸਾਲ ਪਹਿਲਾਂ ਉੱਥੇ ਫਗਵਾੜੇ ਬੁਲਾ ਕੇ ਮੇਰਾ ਸਨਮਾਨ ਕੀਤਾ। ਤੇ ਇੱਕ ਉਹਨਾਂ ਨੇ ਉਹ ਕੈਨੇਡਾ ਦੇ ਬਹੁਤ ਕਾਮਯਾਬ ਇੱਕ ਪ੍ਰਵਾਸੀ ਨੇ, ਸੁਖੀ ਬਾਟ, ਉਹਨਾਂ ਨੂੰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬੁਲਾਇਆ। ਤਾਂ
ਮੈਂ ਉੱਥੇ ਆ ਜਿਹੜੇ ਇੱਥੇ ਅੱਜ ਜਿਹੜੇ ਸਾਡੇ 'ਚ ਮੌਜੂਦ ਨੇ ਇਹਨਾਂ ਦੀ ਗੱਲ ਦੱਸੀ ਉੱਥੇ ਵੀ ਇਹਨਾਂ ਨੇ ਇਹ ਕਿਹਾ ਕਿ 70% ਤੋਂ ਜਿਹੜੇ ਲੋਕ ਨੇ ਇੱਦਾਂ ਮਹਿਸੂਸ ਕਰਦੇ ਨੇ। ਤਾਂ ਸੁਖੀ ਬਾਟ ਜੀ ਨੇ ਮੈਨੂੰ ਟੋਕਿਆ, ਕਹਿੰਦੇ ਡਾਕਟਰ ਸਾਹਿਬ ਇਹ ਠੀਕ ਨਹੀਂ। ਹੁਣ ਮੈਂ ਸੋਚਿਆ ਕਿ ਜ਼ਰੂਰ ਕਹਿਣਗੇ ਵੀ ਤੁਸੀਂ ਕੈਨੇਡਾ ਦੀ ਕੋਈ ਮਾੜੇ ਮਦਖੋਈ ਕਰ ਰਹੇ ਹੋ, ਠੀਕ ਨਹੀਂ ਹੈ। ਉਹ ਕਹਿੰਦੇ ਡਾਕਟਰ ਸਾਹਿਬ 70% ਨਹੀਂ ਹੈ, 90% ਤੋਂ ਜ਼ਿਆਦਾ ਬਜ਼ੁਰਗ ਇਹ ਮਹਿਸੂਸ ਕਰ ਰਹੇ। ਇਹ ਸੁਖੀ ਬਾਟ ਹੈ ਵੀ ਇੰਨੇ ਵੱਡੇ ਜਿਹੜੇ ਆਪ ਜੇ ਕੋਈ ਬੰਦਾ ਹੋਵੇ ਜਿਹਨੂੰ ਉੱਥੇ ਵਿਚਾਰਿਆਂ ਨੂੰ ਨਾ ਸੈੱਟ ਹੋ ਸਕਿਆ ਹੋਵੇ ਜਾਂ ਕੁਝ, ਉਹ ਤਾਂ ਬਹੁਤ ਕਾਮਯਾਬ ਨੇ, ਬਹੁਤ ਮਤਲਬ ਜਾਣੇ ਪਹਿਚਾਣੇ ਬੰਦੇ। ਉਹਨਾਂ ਨੇ ਕਿਹਾ ਕਿ 90% ਤੋਂ ਜ਼ਿਆਦਾ ਬਜ਼ੁਰਗ ਇੱਦਾਂ ਮਹਿਸੂਸ ਕਰ ਰਹੇ। ਬੁਢਾਪਾ ਨੇ ਰੋਲ ਰਿਹਾ ਤਾਂ ਹੋਰ ਕੀ ਹੋ ਰਿਹਾ, ਕੀ ਕਹੀਏ ਅਸੀਂ। ਤੋ ਅੱਜ ਦਾ ਜਿਹੜਾ ਪ੍ਰਵਾਸੀ ਹੈ ਨਾ ਉਹ ਕੁਛ ਇੱਥੇ ਕਰ ਪਹਿਲੇ ਕਰ ਰਿਹਾ, ਬਲਕਿ ਉਲਟਾ ਕੀ ਹੈ ਕਿ ਪੰਜਾਬ ਨੂੰ ਕੁਛ ਵੀ ਨਹੀਂ ਮਿਲ ਰਿਹਾ। ਤਿੰਨ ਚੀਜ਼ਾਂ ਹੁੰਦੀਆਂ ਨੇ ਕਿ ਸਮਾਜ ਨੂੰ ਜਿਹੜਾ ਵਿਕਸਿਤ ਕਰਨ ਲਈ, ਇੱਕ ਹਿਊਮਨ ਰਿਸੋਰਸ ਮਨੁੱਖੀ ਵਸੀਲਾ, ਦੂਜਾ ਇੰਟੈਲੈਕਚੁਅਲ ਰਿਸੋਰਸ ਬੌਧਿਕ ਵਸੀਲਾ, ਔਰ ਤੀਸਰਾ ਕੀ ਹੈ ਸਰਮਾਇਆ। ਅੱਜ ਦਾ ਜਿਹੜਾ ਪ੍ਰਵਾਸ ਹੈ ਇਹ ਤਿੰਨੇ ਚੀਜ਼ਾਂ ਪੰਜਾਬ ਤੋਂ ਬਾਹਰ ਲਿਜਾ ਰਿਹਾ, ਤੇ ਫਿਰ ਪੰਜਾਬ ਦੇ ਹਿੱਤ 'ਚ ਕਿੱਦਾਂ ਭੁਗਤਿਆ। ਤੂੰ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਜਾ ਰਿਹਾ, ਤੂੰ ਕਿਹਦੇ ਹਿੱਤ 'ਚ ਭੁਗਤ ਰਿਹਾ। ਜ਼ਾਹਰ ਹੈ ਕਿ ਸਾਮਰਾਜੀ ਦੇਸ਼ਾਂ ਦੇ ਕਿਉਂ ਮੁੱਖ ਕਾਰਨ ਕੀ ਹੈ ਅੱਜ ਦੇ ਪ੍ਰਵਾਸ ਦਾ। ਮੁੱਖ ਕਾਰਨ ਹੈ ਕਿ ਜਿਹੜੇ ਸਾਮਰਾਜੀ ਦੇਸ਼ ਨੇ ਉਹਨਾਂ ਦਾ ਫਰਟੀਲਿਟੀ ਰੇਟ ਬਹੁਤ ਘਟ ਗਿਆ। 2.1 ਇਹ ਕਿਸੇ ਵੀ ਸਮਾਜ ਦੀ ਜਿਹੜੀ ਸਟੇਬਲ ਵਸੋਂ ਨੂੰ ਸਥਿਰ ਰੱਖਣ ਲਈ ਘੱਟੋ ਘੱਟ 2.1। ਤੁਸੀਂ ਕਹੋਗੇ 2.1 ਕਿਉਂ ਹੈ, 2 ਕਿਉਂ ਨਹੀਂ? ਕਿ ਕੁਝ ਬੱਚਿਆਂ ਨੇ ਐਕਸੀਡੈਂਟ ਜਾਂ ਕੋਈ ਹੋਰ ਕੋਈ ਚੀਜ਼, ਕੋਈ ਬਿਮਾਰੀ ਕਿਸੇ ਨਾਲ ਉਹਨਾਂ ਨੇ ਨਹੀਂ ਬਚਣਾ, ਤਾਂ 2 ਤੋਂ ਥੋੜਾ ਜ਼ਿਆਦਾ ਹੋਵੇਗਾ ਤਾਂ ਹੀ ਮਤਲਬ ਸਟੇਬਲ ਰਹੇਗੀ ਪਾਪੂਲੇਸ਼ਨ। ਹੁਣ ਕੈਨੇਡਾ ਦਾ ਕਿੰਨਾ ਹੈ ਜਿੱਥੇ ਸਭ ਤੋਂ ਵੱਧ 1.5 ਹੈ, 1.5। ਤੇ ਜ਼ਾਹਰ ਹੈ ਕਿ ਕੈਨੇਡਾ 'ਚ ਜਿੰਨੇ ਬੰਦੇ ਚਾਹੀਦੇ ਉਹ ਨਹੀਂ ਹੈਗੇ। ਤਾਂ ਹਰ ਸਾਲ ਘੱਟੋ ਘੱਟ ਕੈਨੇਡਾ ਨੂੰ 1% ਪਾਪੂਲੇਸ਼ਨ ਜਿਹੜੀ ਹੈ ਉਹ ਬਾਹਰੋਂ ਲਿਆਉਣੀ ਪੈਂਦੀ ਹੈ। 3.5 ਕਰੋੜ ਦੇ ਲਗਭਗ ਆਬਾਦੀ ਹੈ ਕੈਨੇਡਾ ਦੀ, 1% 3.5 ਲੱਖ। 3.5 ਲੱਖ ਦਾ ਘੱਟੋ ਘੱਟ ਉਹਨਾਂ ਦੀ ਜਿਹੜੀ ਹੈ ਰਿਕੁਆਇਰਮੈਂਟ ਹੈ। ਦੂਜੀ ਚੀਜ਼ ਕਿ ਜਿਹੜੀ ਵਸੋਂ ਹੈ ਉੱਥੇ ਉਹ ਬੁੱਢੀ ਹੋ ਰਹੀ ਹੈ, ਏਜਿੰਗ ਪਾਪੂਲੇਸ਼ਨ। ਤੁਹਾਨੂੰ ਹੈਰਾਨੀ ਹੋਏਗੀ ਜੇ ਭਾਰਤ ਦੀ ਵਸੋਂ ਦਾ ਕੈਨੇਡਾ ਦਾ ਕਿਸੇ ਵੀ ਯੂਰਪ ਦੇ ਅਮਰੀਕਾ ਨਾਲ ਮੁਕਾਬਲਾ ਕੀਤਾ ਜਾਏ ਤੇ ਪਰਸੈਂਟੇਜ ਓਲਡ ਵਰਸਸ ਯੰਗ ਪੀਪਲ ਕਿੰਨੀ ਰੇਸ਼ੋ ਯੰਗ ਪੀਪਲ ਤੇ ਕਿੰਨੇ ਓਲਡ ਹੈ, ਤੁਸੀਂ ਹੈਰਾਨ ਹੋ ਜਾਓਗੇ ਭਾਰਤ ਨਾਲੋਂ ਕਿੰਨਾ ਜ਼ਿਆਦਾ ਫਰਕ। ਤੁਸੀਂ ਇਹ ਭਾਰਤ ਦਾ ਇੱਕ ਬੜਾ ਵੱਡਾ ਰਿਸੋਰਸ ਹੈ ਕਿ ਸਾਡੇ ਬਹੁਤ ਤੁਲਨਾਤਮਕ ਤੌਰ ਤੇ ਯੰਗ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ, ਪਰ ਉਹਨਾਂ 'ਚ ਬਹੁਤ ਘੱਟ। ਹੁਣ ਸਮੱਸਿਆ ਕੀ ਹੈ, ਜਿਹੜੇ ਵਿਚਾਰੇ ਓਲਡ ਨੇ ਉਹਨਾਂ ਨੂੰ ਪੈਨਸ਼ਨ ਵੀ ਦੇਣੀ, ਉਹਨਾਂ ਨੂੰ ਬੈਨੀਫਿਟ ਵੀ ਦੇਣੇ। ਹੁਣ ਕੋਈ ਤਾਂ ਬੰਦਾ ਕਮਾਏ, ਕੋਈ ਪ੍ਰੋਡਿਊਸ ਵੀ ਕਰੇ, ਤਾਂ ਬੰਦੇ ਨਵੇਂ ਆਉਣਗੇ ਤੇ ਕੰਮ ਕਰਨਗੇ ਤਾਂ ਉਹਨਾਂ ਲਈ ਪੈਸਾ, ਤਾਂ ਇਸ ਕਰਕੇ ਉਹਨਾਂ ਦੀ ਮਜਬੂਰੀ ਹੈ। ਨਾ ਤਾਂ ਬੰਦੇ ਨੇ ਤੇ ਜਿਹੜੇ ਹੈ ਨੇ ਬੁੱਢੇ ਹੋ ਰਹੇ, ਲੋੜ ਤਾਂ ਉਹਨਾਂ ਦੀ ਹੈ। ਤੂੰ ਚਾਹੀਦਾ ਤਾਂ ਇਹ ਸੀ ਉਹ ਆ ਕੇ ਕਹਿੰਦੇ ਭਾਈ ਸਾਡੀ ਲੋੜ ਹੈ, ਉਹ ਉਲਟਾ ਇੱਥੇ ਆ ਕੇ ਫਿਰ ਦੇਖੋ ਤੁਸੀਂ ਕਿ ਕਿੰਨਾ ਜਿਹੜਾ ਪੰਜਾਬ ਦਾ ਪ੍ਰਵਾਸ ਹੈ। ਪਹਿਲਾਂ ਤਾਂ ਇਹ ਝੂਠ ਬੋਲਿਆ ਜਾਊਗਾ ਕਹਿੰਦੇ ਪੰਜਾਬ ਦੀ ਲੋੜ ਹੈ, ਲੋੜ ਉਹਨਾਂ ਦੀ ਹੈ। ਦੂਸਰੀ ਚੀਜ਼ ਕਿ ਉਹ ਤੁਹਾਨੂੰ ਨੌਜਵਾਨਾਂ ਨੂੰ ਇਹੀ ਹਰ ਥਾਂ ਕੋਈ ਪੰਜਾਬ ਦਾ ਸ਼ਹਿਰ ਨਹੀਂ ਜਿੱਥੇ ਸਟੱਡੀ ਅਬਰੋਡ। ਹੁਣ ਕੀ ਜਿਹੜੇ ਬੱਚੇ ਜਾ ਰਹੇ ਨੇ ਇਹ ਪੜ੍ਹਨ ਜਾ ਰਹੇ ਨੇ, ਕੀ ਤੁਹਾਨੂੰ ਕੈਨੇਡਾ ਪੜ੍ਹਨ ਵਾਸਤੇ ਲਿਜਾ ਰਹੇ ਉੱਥੇ? ਹੁਣ ਮੇਰਾ ਤਜਰਬਾ ਬਹੁਤ ਲੰਬੇ ਸਮੇਂ ਦਾ, ਮੈਂ ਕਹਾਂਗਾ 5% ਤੋਂ ਜ਼ਿਆਦਾ, ਵੱਧ ਤੋਂ ਵੱਧ ਜਿਹੜੇ ਜਾ ਰਹੇ ਨੇ ਬੱਚੇ 5% ਨੇ ਜਿਹੜਾ ਹੈਗਾ ਪੜ੍ਹਾਈ ਕਰਨੀ ਹੈ, ਤਾਂ 95% ਨੇ ਕੀ ਕਰਨਾ ਹੈ ਸਭ ਤੋਂ। ਔਰ ਤੁਸੀਂ ਦੇਖੋਗੇ ਕੈਨੇਡਾ ਸਾਨੂੰ ਤਾਂ ਕਹਿ ਰਿਹਾ ਅਸੀਂ ਇਹਨੂੰ ਪੜ੍ਹਾਉਣ ਲੈ ਜਾ ਰਹੇ ਹਾਂ, ਲੇਕਿਨ ਆਪਣੇ ਦੇਸ਼ 'ਚ ਕੀ ਕਹਿ ਰਿਹਾ ਆਪਣੇ ਲੋਕਾਂ ਨੂੰ? ਉਹ ਕਹਿੰਦਾ ਇਹਨਾਂ ਨੂੰ ਉਹ ਨੌਕਰੀਆਂ ਲਈ ਲਿਆ ਰਹੇ ਜਿਹੜੇ ਤੁਸੀਂ ਕਰਨਾ ਨਹੀਂ ਚਾਹੁੰਦੇ। ਪਰ ਤੁਸੀਂ ਸੋਚੋ ਕਿਹੜੀ ਜਿਹੜੀ ਨੌਕਰੀ ਇਹੋ ਜਿਹੀ ਹੈ ਜਿਹੜੀ ਉਹ ਨਹੀਂ ਕਰਨਾ ਚਾਹੁੰਦੇ? ਸਭ ਤੋਂ ਜ਼ਿਆਦਾ ਉੱਥੇ ਟਰੱਕ ਡਰਾਈਵਰ ਹੈ, ਅਮਰੀਕਾ 'ਚ, ਇੰਗਲੈਂਡ, ਕੈਨੇਡਾ। ਆ ਹੁਣੇ ਸ਼ਾਇਦ ਤੁਸੀਂ ਸੋਚੋ ਦੇਖਿਆ ਹੋਵੇ ਇੰਗਲੈਂਡ 'ਚ 1 ਲੱਖ ਦੀ ਸ਼ਾਰਟੇਜ ਹੈ ਟਰੱਕ ਡਰਾਈਵਰਾਂ ਦੀ। ਅਮਰੀਕਾ ਦੇ ਵਿੱਚ ਕਈ ਸਰਵੇਖਣ ਨੇ ਜਦੋਂ ਦੇਖੇ
ਵੀ ਕਿਹੜਾ ਪ੍ਰੋਫੈਸ਼ਨ ਜਿਹੜੇ ਲੋਕ ਨਹੀਂ ਅਪਣਾਉਣਾ ਚਾਹੁੰਦੇ, ਟਰੱਕ ਡਰਾਈਵਰ। ਔਰ ਭਵਿੱਖਬਾਣੀ ਇਹ ਹੈ ਕਿ 10 ਲੱਖ ਨੇ ਅਮਰੀਕਾ 'ਚ ਟਰੱਕ ਡਰਾਈਵਰ। ਭਵਿੱਖਬਾਣੀ ਹੈ ਕਿ ਇੱਕ ਦਿਨ ਸਾਰੇ ਦੇ ਸਾਰੇ ਸਿੱਖ ਹੋਣਗੇ, ਕਿਉਂਕਿ ਹੋਰ ਕੋਈ ਬਣਨਾ ਹੀ ਨਹੀਂ ਚਾਹੁੰਦਾ ਟਰੱਕ ਡਰਾਈਵਰ। ਕੈਨੇਡਾ 'ਚ ਵੀ ਇਹੀ ਹਾਲ ਹੈ, ਇੰਨੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਟਰੱਕ ਡਰਾਈਵਰਾਂ ਨੂੰ, ਲੇਕਿਨ ਕੋਈ ਟਰੱਕ ਡਰਾਈਵਰ ਬਣਨਾ ਨਹੀਂ ਚਾਹੁੰਦਾ। ਬੜੀਆਂ ਸਮੱਸਿਆਵਾਂ ਨੇ। ਤੋ ਇਸ ਕਰਕੇ ਟਰੱਕ ਡਰਾਈਵਰ। ਫਿਰ ਦੂਜਾ ਵੱਡਾ ਕੰਮ ਟਾਇਲਟ ਕਲੀਨਿੰਗ, ਜਿਹੜੀ ਕਲੀਨਿੰਗ ਜੌਬ, ਜੈਨੀਟੋਰੀਅਲ ਜੌਬਸ। ਫਿਰ ਸਿਕਿਉਰਿਟੀ ਗਾਰਡਸ, ਫਿਰ ਕੁੜੀਆਂ ਨੈਨੀਆਂ ਬਣਦੀਆਂ, ਫਿਰ ਆ ਪੀਜ਼ਾ ਡਿਲੀਵਰੀ ਹੋ ਗਈ। ਇੱਥੇ ਪੜ੍ਹਾਈ, ਇਹਨਾਂ ਜੌਬਸ ਪੜ੍ਹਾਈ ਦੀ ਕੀ ਲੋੜ ਹੈ? ਯੂਨੀਵਰਸਿਟੀ ਐਜੂਕੇਸ਼ਨ ਇਹਨਾਂ ਜੌਬਸ ਕੀ ਲੋੜ ਹੈ? ਫਿਰ ਨਿਰਾ ਇੰਨਾ ਨਹੀਂ, ਫਿਰ ਜਿਹੜੇ ਸਾਡੇ ਬੱਚੇ ਜਾ ਰਹੇ ਨੇ ਕੈਨੇਡਾ, ਉਹਨਾਂ ਤੋਂ 3 ਗੁਣਾ ਜ਼ਿਆਦਾ ਫੀਸ, ਆਪਣੇ ਸਟੂਡੈਂਟ ਨਾਲੋਂ 3 ਗੁਣਾ ਜ਼ਿਆਦਾ ਫੀਸ ਸਾਡੇ ਸਟੂਡੈਂਟ ਲੈ ਰਹੇ। ਜਦ ਉਹਨਾਂ ਨੇ ਨਾ ਪੜ੍ਹਨਾ ਨਾ ਵਾਜਣਾ, ਪੜ੍ਹ ਕੇ ਬਣਨਾ ਤਾਂ ਉਹਨਾਂ ਨੇ ਜਿਹੜੀਆਂ ਜੌਬਸ ਕਰਨੀਆਂ, ਉਹਦੇ ਪੜ੍ਹਾਈ ਦੀ ਉਹਨਾਂ ਨੂੰ ਕੋਈ ਲੋੜ ਹੀ ਨਹੀਂ। ਜ਼ਬਰਦਸਤੀ ਤੁਸੀਂ ਉਹਨਾਂ ਨੂੰ ਪੜ੍ਹਾ ਰਹੇ ਹੋ ਤੇ ਫਿਰ ਉਹਨਾਂ ਨੂੰ 3 ਗੁਣਾ ਜ਼ਿਆਦਾ ਫੀਸ ਲੈ ਰਹੇ। ਕੋਈ ਚੀਜ਼ ਤਾਂ ਤੁਹਾਨੂੰ ਖਟਕਣੀ ਚਾਹੀਦੀ। ਫਿਰ ਸਾਨੂੰ ਨੁਕਸਾਨ ਹੀ ਨੁਕਸਾਨ, ਕੈਨੇਡਾ ਨੂੰ ਫਾਇਦਾ ਹੀ ਫਾਇਦਾ। ਹੁਣ ਇੱਕ ਬੱਚਾ ਜਿਹੜਾ ਕੈਨੇਡਾ ਦੇ ਵਿੱਚ ਜਿਹੜਾ ਪੈਦਾ ਹੁੰਦਾ ਹੈ, 18 ਸਾਲ ਦੀ ਉਮਰ ਤੱਕ ਕੈਨੇਡੀਅਨ ਸਰਕਾਰ $1 ਮਿਲੀਅਨ ਯਾਨੀ 10 ਲੱਖ ਡਾਲਰ, ਅੱਜ 60 ਰੁਪਏ ਦੇ ਕਰੀਬ ਹੈ ਕੈਨੇਡਾ ਡਾਲਰ ਦੀ, तो 6 करोड़ रुपया ਤੁਹਾਡੇ ਚੋਂ ਇੱਕ ਬੱਚਾ ਚਲਾ ਗਿਆ ਕੈਨੇਡਾ, ਕੈਨੇਡੀਅਨ ਸਰਕਾਰ ਦਾ ਬਚ ਗਿਆ। ਜੇ ਉਹ ਤੇ ਮਨੀ ਸੇਵ ਇਜ਼ ਮਨੀ ਅਰਨਡ। तो ਇਹ ਜਿਹੜੀ ਹੈਗੀ ਤੁਹਾਨੂੰ ਮਤਲਬ ਜਿਹੜਾ ਇਹ ਹੈ ਪ੍ਰਵਾਸ ਦੀ ਜਿਹੜੀ ਸੱਚਾਈ। तो ਉਹਨਾਂ ਨੂੰ ਤਾਂ ਫਾਇਦਾ ਹੀ ਫਾਇਦਾ, ਤੇ ਸਾਡੇ ਲਈ ਕੀ ਹੈ ਕਿ ਸਾਡੀ ਸੁਸਾਇਟੀ ਜਿਹੜੀ ਹੈ ਅਨਸਟੇਬਲ ਕਰਦੀ ਹੈ ਪ੍ਰਵਾਸ। ਹੁਣ ਪੰਜਾਬ ਦੇ ਵਿੱਚ ਇਦਾਂ ਮੈਨੂੰ ਲੱਗਦਾ ਹੁੰਦਾ ਜਿੱਦਾਂ ਨਾ ਲੋਕ ਟੱਪਰੀ ਵਾਸ ਦੁਬਾਰਾ ਬਣਦੇ। ਮੈਂ ਕਹਿੰਦਾ ਜਿੱਦਾਂ ਨਾ ਪੰਜਾਬ ਦੀ ਹਾਲਤ ਹੋ ਗਈ ਕਿ ਸਾਰਿਆਂ ਨੇ ਆਪਣਾ ਸਮਾਨ ਵੱਧਿਆ, ਜਿਹਦਾ ਪਲੇਟਫਾਰਮ ਤੋਂ ਨਾ ਗੱਡੀ ਆਈ ਜੀ, ਆਸਟ੍ਰੇਲੀਆ ਦੀ ਗੱਡੀ ਆਈ, ਉਹ ਮੁਸਾਫਰ ਬੈਠੇ ਉਡੀਕ ਰਹੇ ਆ, ਕੈਨੇਡਾ ਦੀ ਗੱਡੀ ਆਈ, ਅਮਰੀਕਾ ਆਇਆ, ਪੰਜਾਬ ਸਾਰੇ ਦਾ ਸਾਰਾ ਪੰਜਾਬ ਮੁਸਾਫਰਖਾਨਾ ਪਲੇਟਫਾਰਮ ਬਣ ਗਿਆ। तो ਇੰਨੀ ਸੋਸ਼ਲ ਇਨਸਟੇਬਿਲਿਟੀ ਹੈ, ਇੰਨੀ ਸਮਾਜਿਕ ਅਸਥਿਰਤਾ ਹੈ। ਜਿੱਥੇ ਸਮਾਜਿਕ ਅਸਥਿਰਤਾ ਹੋਏਗੀ ਉੱਥੇ ਹੀ ਨੈਤਿਕ ਨਿਗਾਰ ਹੋਏਗਾ। ਇਹ ਦੋ ਚੀਜ਼ਾਂ ਇਕੱਠੀਆਂ ਨੇ। ਸੋਸ਼ਲ ਸਟੇਬਿਲਿਟੀ ਜੋ ਐਥੀਕਲ ਵੈਲਿਊ ਨਿਕਲਦੀਆਂ ਹੈ, ਜਦੋਂ ਸੁਸਾਇਟੀ ਜਿਹੜੀ ਹੈਗੀ ਡੀਸਟੇਬਲਾਈਜ਼, ਜਦੋਂ ਸਥਿਰਤਾ ਖਤਮ ਹੋ ਜਾਏਗੀ ਤਾਂ ਨੈਤਿਕਤਾ ਉੱਥੇ ਮਿਲੇਗਾ। ਔਰ ਆ ਤੁਹਾਡੇ ਸਾਹਮਣੇ ਤੁਸੀਂ ਨੈਤਿਕਤਾ ਦਾ ਜੋ ਜਲੂਸ ਪੰਜਾਬ 'ਚ ਨਿਕਲ ਰਿਹਾ, ਕੁਝ ਸਭ ਤੋਂ ਜਿਹੜੇ ਇੱਕ ਆਪਾਂ ਪੇਰੈਂਟਸ ਦੀ ਗੱਲ ਕੀਤੀ, ਬੱਚਿਆਂ ਨੂੰ ਕਹਿੰਦਾ ਬੱਚੇ ਮਾਂ-ਬਾਪ ਨੂੰ ਕਿਸ ਤਰ੍ਹਾਂ ਐਕਸਪਲੋਇਟ ਕਰਨੇ, ਚਲੋ। ਦੂਜਾ ਜਿਹੜਾ ਹੋਰ ਵੱਡੀ ਜਿਹੜੀ ਚੀਜ਼ ਹੈ ਜਿਹੜੀ ਨੈਤਿਕ ਨਿਗਾਰ ਦੀ ਜਿਹੜੀ ਮਿਸਾਲ ਹੈ ਕਿ ਸਭ ਤੋਂ ਜੇ ਦੁਨੀਆ 'ਚ ਕੋਈ ਪਵਿੱਤਰ ਰਿਸ਼ਤਾ ਸਮਝਿਆ ਜਾਂਦਾ ਹੈ ਗੁਰਬਾਣੀ ਅਨੁਸਾਰ ਤਾਂ ਕੀ ਹੈ? ਔਰਤ ਔਰ ਮਰਦ ਦਾ ਰਿਸ਼ਤਾ। ਕਿਉਂਕਿ ਇਹਨੂੰ ਰੂਹਾਨੀ ਰਿਸ਼ਤਾ ਮੰਨਿਆ ਕਿ ਅਸੀਂ ਆਨੰਦ ਕਾਰਜ ਕਰਦੇ ਹਾਂ ਤੇ ਅਸੀਂ ਜਿਹੜਾ ਉਹਦਾ ਮਨੁੱਖੀਕਰਨ ਕੀਤਾ 4 ਲਾਵਾਂ, ਅਸਲ ਦੇ ਵਿੱਚ ਆਤਮਾ ਔਰ ਪਰਮਾਤਮਾ ਦਾ ਮਿਲਾਪ ਹੈ। ਧੰਨ ਫਿਰ ਇਹਨਾਂ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੋਈ ਮੂਰਤੀ, ਧੰਨ ਫਿਰ ਗਈ ਅਸੋ। तो ਅਸੀਂ ਤਾਂ ਕਹਿੰਦੇ ਕਿ ਹਸਬੈਂਡ ਔਰ ਵਾਈਫ ਜਾਂ ਔਰਤ ਮਰਦ ਦਾ ਰਿਸ਼ਤਾ ਹੈ ਹੀ ਰੂਹਾਨੀ ਰਿਸ਼ਤਾ ਹੈ। ਇਹ ਸਿਰਫ ਜਿਸਮਾਨ ਧੰਨ ਫਿਰ ਇਹਨਾਂ ਆਖੀਆਂ ਬਹਿਣ ਇਕੱਠੇ ਹੋਏ, ਬਹਿਣ ਇਕੱਠੇ ਤੋਂ ਮਤਲਬ ਫਿਜ਼ੀਕਲ, ਸਿਰਫ ਫਿਜ਼ੀਕਲ ਰਿਲੇਸ਼ਨ ਨਹੀਂ ਹੈ। ਮੁੱਖ ਤੌਰ ਤੇ ਜਿਹੜਾ ਹੈ ਰੂਹਾਂ ਇਕੱਠੀਆਂ ਹੋਣੀਆਂ ਚਾਹੀਦੀਆਂ। ਤਾਂ ਪਤੀ, ਗੁਰੂ ਸਾਹਿਬ ਕਹਿੰਦੇ ਤਾਂ ਪਤੀ ਪਤਨੀ ਕਹਾਣ ਦੇ ਕਾਬਲ ਹੈ ਜੇ ਰੂਹਾਨੀ ਮਿਲਾਪ ਹੋਇਆ। ਤੇ ਤੁਸੀਂ ਦੇਖ ਲਓ ਪੰਜਾਬ ਜੋ ਵਿਆਹ ਦੀ ਪ੍ਰਥਾ ਦਾ ਜੋ ਵਪਾਰੀਕਰਨ, ਮੰਡੀਕਰਨ ਜਿਸ ਪੱਧਰ ਦਾ ਹੋਇਆ, ਇਹ ਦੁਨੀਆ 'ਚ ਤੁਹਾਨੂੰ ਕਿਤੇ ਮਿਸਾਲ ਮਿਲ ਨਹੀਂ ਸਕੇ। ਭੈਣ ਭਰਾ ਦਾ ਵਿਆਹ ਕਰਾ ਦਿਓ ਜੇ ਵੀਜ਼ਾ ਲੱਗਦਾ, ਪਿਓ ਧੀ ਦਾ ਕਰਾ ਦਿਓ, ਇੱਥੋਂ ਤੱਕ ਮਾਂ ਪੁੱਤ ਦਾ ਕਰਾ ਦਿਓ, ਵੀਜ਼ਾ ਲੱਗਣਾ ਚਾਹੀਦਾ। ਔਰ ਅੱਗੇ ਜਿਹੜੇ ਸੀ 40,000 ਸਾਡੀਆਂ ਇੱਥੇ ਔਰਤਾਂ ਸੀ, ਮੁੰਡੇ ਲੈ ਕੇ ਜਾਂਦੇ ਸੀ, ਉਹ ਉੱਥੇ ਮੁੱਕਰ ਜਾਂਦੇ ਸੀ, ਉਹ ਕੁੜੀਆਂ ਵਿਚਾਰੀਆਂ ਜੀਂਦੀਆਂ ਹੀ ਵਿਧਵਾ ਹੋ ਜਾਂਦੀਆਂ। ਹੁਣ ਕੀ ਆ? ਹੁਣ ਉਲਟ ਹੋ ਗਿਆ। ਹੁਣ ਮੁੰਡਿਆਂ ਤੋਂ ਆਈਲੈਟ ਪਾਸ ਨਹੀਂ ਹੁੰਦਾ, ਖਾਸ ਕਰ ਜੱਟਾਂ ਦੇ ਮੁੰਡਿਆਂ ਤੋਂ। तो ਕੁੜੀਆਂ ਜਿਹੜੀਆਂ ਆਈਲੈਟ ਪਾਸ ਕਰਦੀਆਂ ਤੇ ਹੁਣ ਸਾਰੇ ਦੇਖੋ ਤੁਸੀਂ ਅਖਬਾਰਾਂ ਪੜ੍ਹ ਲਓ, ਖਰਚਾ ਜਿਹੜੇ ਕੁੜੀਆਂ ਦਾ ਦੇ ਰਹੇ ਨੇ ਮੁੰਡੇ ਵਾਲੇ, ਵੀ ਇਹ ਜਾਣਗੀਆਂ ਤੇ ਫਿਰ ਸਾਡਾ ਮੁੰਡਾ ਵੀ ਨਾਲ ਚਲਾ ਗਿਆ, ਫਿਰ ਅਸੀਂ ਵੀ ਚਲੇ ਜਾਵਾਂਗੇ। ਔਰ ਹੋ ਕੀ ਰਿਹਾ? ਇਹ ਕੁੜੀਆਂ ਜਾ ਕੇ ਉੱਥੇ ਜਾ ਕੇ ਮੁੱਕਰ ਜਾਂਦੀਆਂ।
ਤੇ ਫਿਰ ਉਹ ਫੈਮਿਲੀ ਪੈਸਾ ਲਾਇਆ ਹੁੰਦਾ ਔਰ ਪਹਿਲਾਂ ਇੱਕ ਉਹ ਧਨੌਲੇ ਸੰਗਰੂਰ ਦੇ ਕੋਲ ਉੱਥੋਂ ਇੱਕ ਮੁੰਡੇ ਨੇ ਸੁਸਾਈਡ ਕੀਤਾ। ਉਸ ਦਿਨ ਉਹ ਕੁਦਰਤੀ ਮੈਂ ਸੰਗਰੂਰ ਸੀਗਾ, ਮੈਨੂੰ ਉੱਥੋਂ ਲਿਖਾਰੀ ਸਭਾ ਨੇ ਬੁਲਾਇਆ ਸੀ ਤਾਂ ਸਾਰੇ ਪੰਜਾਬ ਦਾ ਮੀਡੀਆ ਇਕੱਠਾ ਹੋਇਆ ਉੱਥੇ। ਉਹ ਪਤਾ ਕਰਨ ਵੀ ਮੁੰਡਾ ਜਿਹੜਾ ਇਹ ਬੜਾ ਹੋ ਗਿਆ ਵੀ ਦੇਖੋ ਜੀ ਉਹਨੇ ਵਿਚਾਰੇ ਸੁਸਾਈਡ ਕਰਨ ਤੋਂ ਬਾਅਦ ਤਾਂ ਉੱਥੇ ਸੈਂਕੜੇ ਮੁੰਡੇ ਹੋਰ ਆ ਗਏ ਪੰਜਾਬ ਚੋਂ, ਉਹ ਕਹਿੰਦੇ ਸਾਡੇ ਨਾਲ ਵੀ ਇਹ ਹੋਇਆ। ਤਾਂ ਫਿਰ ਇੱਕ ਥਾਂ ਤੇ ਮੈਂ ਗੱਲ ਕੀਤੀ ਉੱਥੇ ਜਿਹੜੇ ਕੇਸ ਨਾਲ ਡੀਲ ਕਰਦੇ ਪੁਲਿਸ ਦੇ ਸਭ ਤੋਂ ਵੱਡੇ ਅਫਸਰ ਜਿਹੜੇ ਨੇ, ਉਹਨਾਂ ਨੇ ਕਿਹਾ, ਉਹ ਕਹਿੰਦੇ ਸਾਡੇ ਕੋਲ ਇੰਨੇ ਕੇਸ ਦਰਜ ਹੋ ਰਹੇ ਨੇ ਕੁੜੀਆਂ ਦੇ, ਜਿਹੜੀਆਂ ਕੁੜੀਆਂ ਜਾ ਕੇ ਉੱਥੇ ਮੁੱਕਰ ਜਾਂਦੀਆਂ, ਇੱਥੋਂ ਪੈਸਾ ਲੈ ਉੱਥੇ ਜਾ ਕੇ। ਤਾਂ ਇਹ ਹੈ ਸਾਡੀ ਨੈਤਿਕਤਾ ਦਾ ਜਿਹੜਾ ਜਲੂਸ ਨਿਕਲ ਰਿਹਾ। ਸਾਨੂੰ ਨਾ ਸੀ ਕੋਈ ਸਾਨੂੰ ਆਰਥਿਕ ਤੌਰ ਤੇ ਸਾਡਾ ਨੁਕਸਾਨ, ਸਮਾਜਿਕ ਤੌਰ ਤੇ ਸਾਡਾ ਸੱਭਿਆਚਾਰ। ਅੱਛਾ ਸੱਭਿਆਚਾਰ ਦਾ ਲਾਭ, ਪੰਜਾਬੀ ਧਰਾਧੜ ਬਾਹਰ, ਗੈਰ ਪੰਜਾਬੀ ਵਸੋਂ ਅੰਦਰ, ਤਾਂ ਇਹਦਾ ਕੀ ਐਂਡ ਕੀ ਨਿਕਲੇਗਾ? ਉਹ ਕਹਿੰਦਾ ਜੀ ਹਾਂਜੀ ਨਹੀਂ ਜੀ ਇਹ ਆਣਗੇ ਲੋਕ ਅਬਜ਼ਾਰ ਹੋ ਜਾਣਗੇ ਇੱਥੇ। ਹੁਣ ਅਬਜ਼ਾਰ ਤਾਂ ਹੋਣਗੇ ਜੇ ਸਾਡੀ ਬਹੁ ਗਿਣਤੀ ਹੋਏਗੀ। ਜਿਹੜੀ ਬਹੁ ਗਿਣਤੀ ਦੇ ਵਿੱਚ ਘੱਟ ਗਿਣਤੀ ਅਬਜ਼ਾਰ ਹੋ ਜਾਏਗੀ। ਹੁਣ ਜੇ ਉਹ ਹੀ ਬਹੁ ਗਿਣਤੀ ਹੋਵੇ ਅਸੀਂ ਉਹਨਾਂ ਚ ਅਬਜ਼ਾਰ ਹੋਵਾਂਗੇ ਤਾਂ ਸਾਡੇ ਚ ਅਬਜ਼ਾਰ ਹੋਣਗੇ, ਸੋਚਣ ਦੇ ਗੱਲ। ਪੰਜਾਬ ਦੀ ਜਿਹੜੀ ਸੱਭਿਆਚਾਰਕ ਹੋਂਦ ਹੈ ਉਹੀ ਖਤਮ ਹੋਣ ਵਾਲੀ ਹੈ ਜੇ ਪ੍ਰਵਾਸ ਆਵਾਸ ਦੇ ਰੁਝਾਨ ਜਿਹੜੇ ਨਾ ਬਦਲੇ। ਕਿੰਨੀ ਦੇਰ ਚੱਲ ਜਾਏਗਾ? ਤਾਂ ਇਹ ਵੀ ਇੱਕ ਜਿਹੜਾ ਹੈ ਆਪਾਂ ਨੂੰ ਸੋਚਣਾ ਚਾਹੀਦਾ। ਤਾਂ ਮੈਂ ਤੁਹਾਡੇ ਨਾਲ ਜਿਹੜੀ ਹੈ ਵੀ ਪ੍ਰਵਾਸ, ਪਰ ਹਾਂ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਜਦੋਂ ਅਸੀਂ ਕਹਿੰਦੇ ਕਿ ਪ੍ਰਵਾਸ ਜਿਹੜਾ ਹੈ ਸਮੱਸਿਆਵਾਂ ਦਾ ਹੱਲ ਨਹੀਂ ਹੈ, ਤਾਂ ਕੀ ਗੁਰਬਾਣੀ ਦੇ ਅਨੁਸਾਰ ਜਾਂ ਗੁਰਮਤਿ ਦੇ ਅਨੁਸਾਰ ਇਹ ਗੱਲ ਠੀਕ ਹੈ? ਹੁਣ ਮੈਂ ਇਹ ਕਹਿੰਦਾ ਕਿ ਇੱਥੋਂ ਲਾਓ ਵੀ ਸਿੱਧ ਗੋਸ਼ਟੀ ਕੀ ਹੈ ਗੁਰੂ ਨਾਨਕ। ਹੁਣ ਸਿੱਧ ਕੀ ਨੇ? ਸਿੱਧਾਂ ਨੇ ਇੰਟਰਨਲ ਮਾਈਗ੍ਰੇਸ਼ਨ ਕੀਤੀ ਹੋਈ ਹੈ। ਸਮਾਜ ਦੇ ਵਿੱਚ ਸਮੱਸਿਆਵਾਂ ਨੇ ਤੇ ਉਹ ਸਮੱਸਿਆਵਾਂ ਨੂੰ ਛੱਡ ਕੇ ਭੱਜ ਕੇ ਪਹਾੜਾਂ ਚਲੇ ਗਏ। ਚਲੋ ਆਪਣਾ ਦੇਸ਼ ਨਹੀਂ ਛੱਡਿਆ ਲੇਕਿਨ ਸਮਾਜ ਤੋਂ ਬਾਹਰ ਮੈਂ ਉਹਨੂੰ ਇੰਟਰਨਲ ਮਾਈਗ੍ਰੇਸ਼ਨ ਕਹਿੰਦਾ, ਅੰਦਰੂਨੀ ਪ੍ਰਵਾਸ ਹੋਇਆ ਉਹਨਾਂ ਦਾ। ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਜਾ ਕੇ ਕੀ ਕਿਹਾ ਕਿ ਭਾਈ ਸਮਾਜ ਦੇ ਵਿੱਚ ਰਹਿ ਕੇ ਸਮਾਜ ਦਾ ਕੋਈ ਸਵਾਰੋ, ਸੰਘਰਸ਼ ਕਰੋ। ਜੇ ਤੁਸੀਂ ਸਮਾਜ ਤੋਂ ਬਾਹਰ ਹੋਗੇ ਤਾਂ ਫਿਰ ਤੁਸੀਂ ਸਮਾਜ ਦਾ ਕੁਝ ਕਰ ਹੀ ਨਹੀਂ ਸਕਦੇ। ਤੇ ਫਿਰ ਉਹ ਕਹਿੰਦੇ ਜੀ ਹਾਂ ਸਾਨੂੰ ਸਮਾਜ ਗੰਦ ਹੈ, ਸਾਡੇ ਤੇ ਗੰਦ ਲੱਗ ਜਾਏਗਾ। ਤੇ ਗੁਰੂ ਸਾਹਿਬ ਨੇ ਕਿਹਾ ਵੀ ਦੋ ਐਗਜ਼ਾਮਪਲ ਦਿੱਤੀਆਂ ਵੀ ਕਮਲ ਫੁੱਲ ਜਿਹੜਾ ਚਿੱਕੜ 'ਚ ਖਿਲਦਾ ਉਹਨੂੰ ਨਹੀਂ ਚਿੱਕੜ ਲੱਗਦਾ, ਮੁਰਗਾਬੀ ਜਿਹੜੀ ਹੈ ਪਾਣੀ 'ਚ ਰਹਿੰਦੀ ਲੇਕਿਨ ਜਿਹੜੇ ਖੰਭ ਹੈ ਉਹ ਫਿਰ ਵੀ ਡਰਾਈ ਰਹਿੰਦੇ। ਤਾਂ ਉਹ ਕਹਿੰਦੇ ਕਿ ਪੋਸੀਬਲ ਹੈਗਾ ਵੀ ਸਮਾਜ ਦੇ ਵਿੱਚ ਰਹਿ ਕੇ ਤੁਸੀਂ ਗੰਦ ਤੋਂ ਬਚ ਵੀ ਸਕਦੇ ਹੋ ਔਰ ਜਿਹੜਾ ਸਮਾਜ ਨੂੰ ਉਹਦੀਆਂ ਸਮੱਸਿਆਵਾਂ ਦਾ ਹੱਲ ਵੀ ਕਰ ਸਕਦੇ ਹੋ, ਲੇਕਿਨ ਭੱਜ ਕੇ ਕੋਈ ਹੱਲ ਨਹੀਂ ਹੋਣਾ। ਤਾਂ ਇਹ ਐਸਕੇਪਿਜ਼ਮ ਹੈ। ਜੇ ਲੋਕ ਕਹਿੰਦੇ ਹੁਣ ਪੰਜਾਬ ਰਹਿਣ ਦੇ ਕਾਬਲ ਨਹੀਂ ਹੈ ਤੇ ਬਹੁਤ ਸਮੱਸਿਆਵਾਂ, ਇਹਦਾ ਹੱਲ ਭੱਜੇਗੇ, ਫਿਰ ਭੱਜਣ ਨਾਲ ਤਾਂ ਕੋਈ ਹੱਲ ਨਹੀਂ ਨਾ ਹੋਣਾ। ਐਸਕੇਪਿਜ਼ਮ ਜਾਂ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਪਲਾਇਨਵਾਦ, ਇਹਦੇ ਨਾਲ ਕੋਈ ਹੱਲ ਹੋਣ ਵਾਲਾ ਨਹੀਂ ਹੈ। ਜੇ ਹੈ ਵੀ ਮਾੜਾ ਤੇ ਫਿਰ ਕਰੋ ਸੰਘਰਸ਼, ਮਾੜੇ ਨੂੰ ਚੰਗਾ ਬਣਾਓ। ਇਹ ਸਾਡੇ ਗੁਰੂਆਂ ਦਾ ਜਿਹੜਾ ਉਪਦੇਸ਼ ਹੈ ਕਿ ਭੱਜਣਾ ਨਹੀਂ, ਵਿੱਚ ਰਹਿ ਕੇ ਸੰਘਰਸ਼ ਕਰੋ। ਤਾਂ ਜੇ ਆਪਾਂ ਇਹ ਮੰਨਦੇ ਹਾਂ ਕਿ ਜਿਹੜੀਆਂ ਅਜੋਕੀਆਂ ਸਮੱਸਿਆਵਾਂ ਨੇ ਪੰਜਾਬ ਨੂੰ ਦਰਪੇਸ਼, ਉਹ ਗਲਤ ਜਿਹੜਾ ਸਾਮਰਾਜੀ ਵਿਕਾਸ ਦਾ ਜਿਹੜਾ ਮਾਡਲ ਹੈ, ਜਿਹੜਾ ਕੁਦਰਤ ਵਿਰੋਧੀ ਔਰ ਲੋਕ ਵਿਰੋਧੀ ਹੈ, ਉਹ ਅਪਣਾਉਣ ਨਾਲ ਆਈਆਂ ਨੇ। ਤਾਂ ਜ਼ਾਹਰ ਹੈ ਕਿ ਹੱਲ ਜਿਹੜਾ ਹੈਗਾ ਕਿ ਅਸੀਂ ਹੁਣ ਉਹ ਅਪਣਾ ਲਈਏ ਜਿਹੜਾ ਕੁਦਰਤ ਪੱਖੀ ਔਰ ਲੋਕ ਪੱਖੀ ਹੈ। ਬਦਲਵਾਂ ਇਹ ਜਿਹੜਾ ਵਿਕਾਸ ਦਾ ਨਮੂਨਾ ਜਿਹਨੇ ਪੰਜਾਬ ਨੂੰ ਇਸ ਸਥਿਤੀ 'ਚ ਪਹੁੰਚਾਇਆ, ਇਹਨੂੰ ਛੱਡ ਕੇ ਅਸੀਂ ਇੱਕ ਜਿਹੜਾ ਆਲਟਰਨੇਟਿਵ ਮਾਡਲ ਆਫ ਡਿਵੈਲਪਮੈਂਟ ਜਿਹੜਾ ਹੈ, ਬਦਲਵੇਂ ਵਿਕਾਸ ਦਾ ਨਮੂਨਾ ਅਪਣਾਈਏ ਜਿਹੜਾ ਕੁਦਰਤ ਪੱਖੀ ਔਰ ਲੋਕ ਪੱਖੀ ਹੈ। ਤਾਂ ਇਹ ਕਿੱਥੋਂ ਮਿਲਣਾ ਸਾਨੂੰ ਇਹ ਮਾਡਲ? ਕੀ ਸਾਨੂੰ ਕਿਤੋਂ ਬਾਹਰੋਂ ਲੱਭਣ ਜਾਣਾ ਪੈਣਾ? ਨਹੀਂ, ਮਾਡਲ ਤਾਂ ਗੁਰੂ ਗ੍ਰੰਥ ਸਾਹਿਬ 'ਚ ਹੈ। ਤਾਂ ਮਾਡਲ ਤਾਂ ਸਾਡੇ ਕੋਲ ਪਿਆ, ਪਰ ਅਸੀਂ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਤਾਂ ਕਰੀ ਜਾ ਰਹੇ ਹਾਂ। ਪੂਜਾ ਹੀ ਹੋ ਗਈ। ਜੇ ਮੈਂ ਮਾਫ ਕਰਨਾ ਜੇ ਕਹਾਂ ਵੀ ਜੋ ਗੁਰੂ ਸਾਹਿਬ ਦਾ ਸ਼ਬਦ ਗੁਰੂ ਇਹ ਕਿਹਾ ਸੀ ਵੀ ਇਹ ਤੁਹਾਡਾ ਲਿਵਿੰਗ ਗੁਰੂ ਹੈ, ਇਹਦੇ ਤੋਂ ਜੋ ਸਿਧਾਂਤ ਨੇ ਇਹਦੇ ਤੋਂ ਸਿਧਾਂਤਕ ਸੇਧ ਲਓ ਔਰ ਆਪਣੀ ਪੂਰਾ ਜਿਹੜਾ ਜੀਵਨ ਉਹਨਾਂ ਦੇ ਅਨੁਕੂਲ ਜੀਓ। ਲੇਕਿਨ ਅਸੀਂ ਤਾਂ ਉਹਦੇ ਤੋਂ ਕਿਸੇ ਸੇਧ ਲੈਣ ਨੂੰ ਤਿਆਰ ਹੀ ਨਹੀਂ।
तो फिर ਅਸੀਂ ਵਾਕਈ ਮਤਲਬ ਇਹ ਲੇਕਿਨ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਹੈ ਜੋ ਸਾਨੂੰ ਚਾਹੀਦਾ ਜੋ ਪੰਜਾਬ ਨੂੰ ਚਾਹੀਦਾ ਹੈ ਇੱਕ ਆਲਟਰਨੇਟਿਵ ਮਾਡਲ ਆਫ ਡਿਵੈਲਪਮੈਂਟ ਜਿਹੜਾ ਲੋਕ ਪੱਖੀ ਔਰ ਕੁਦਰਤ ਪੱਖੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ। तो फिर ਉਹਦੇ 'ਚ ਆਪਾਂ ਉਹ ਦੇਖਦੇ ਹਾਂ ਤਾਂ ਫਿਰ ਕੀ ਹੋਣਾ ਚਾਹੀਦਾ ਕਿ ਹੁਣ ਉਹ ਕਹਿੰਦੇ ਜੀ ਜ਼ਮੀਨ ਬੜੀ ਘੱਟ ਦੀ ਮਲਕੀਅਤ ਹੁਣ ਇੱਕੋ ਹੀ ਚੀਜ਼ ਹੈ ਵੀ ਕਾਰਪੋਰੇਸ਼ਨ ਵਾਲੇ ਕਾਰਪੋਰੇਟ ਫਾਰਮਿੰਗ ਹੋ ਗਿਆ। ਮੈਂ ਕਹਿੰਦਾ ਨਹੀਂ ਇੱਕ ਹਾਲੇ ਵੀ ਹੋ ਸਕਦਾ ਹੈ ਜੋ ਗੁਰੂ ਦਾ ਦੱਸਿਆ ਕੋਆਪਰੇਟਿਵ ਫਾਰਮਿੰਗ ਹੋਵੇ। ਆ ਗੁਰੂ ਸਾਹਿਬ ਨੇ ਸਾਨੂੰ ਕਰਤਾਰਪੁਰੀ ਮਾਡਲ ਹੈ ਕੋਈ ਜ਼ਿਆਦਾ ਦੂਰ ਨਹੀਂ ਜਿਹੜਾ ਕਰਕੇ ਦੱਸਿਆ ਵੀ ਇਕੱਠਾ ਹੀ ਕਰਨੀ ਹੈ ਧਰਤੀ ਤੇ ਫਿਰ ਜ਼ਰੂਰੀ ਕਾਰਪੋਰੇਸ਼ਨਾਂ ਕਰਨ ਲੋਕ ਆਪ ਕਿਉਂ ਨਹੀਂ ਕਰ ਸਕਦੇ। तो कोऑपरेटिव ਜਿਹੜੀ ਮਾਰਕਿੰਗ ਹੈ ਜਿਹੜੀ एग्रीकल्चर है या ਜਿਹੜੀ फार्मिंग है वो तो कारपोरेट फार्मिंग से कोऑपरेटिव फार्मिंग ਜਿਹੜੀ ਉਹ ਜ਼ਿਆਦਾ ਜਿਹੜੀ ਕਾਮਯਾਬ ਹੋ ਸਕਦੀ ਹੈ। ਇਦਾਂ ਹੀ ਮੈਂ ਕਹਾਂਗਾ ਜਿਹੜੀ ਅੱਜ ਦੀ ਜਿਹੜੀ ਫਾਰਮਿੰਗ ਹੈ ਜੇ ਮੈਂ ਇਹਨੂੰ ਕਹਿੰਦਾ ਕਿ ਮਕੈਨੀਕਲ ਐਂਡ ਕੈਮੀਕਲ ਫਾਰਮਿੰਗ ਕਿ ਜੇ ਉਹਦੀ ਥਾਂ ਤੇ ਆਪਾਂ ਆਰਗੈਨਿਕ ਜਾਂ ਜੈਵਿਕ ਫਾਰਮਿੰਗ ਕਰ ਲਈਏ ਇਹ ਵੀ ਹੱਲ ਹੈ। तो ਅਸੀਂ ਜਿਹੜੀ ਸਾਡੇ ਨਾਲ ਜਿਹੜੀ ਸਾਡੇ ਲੋਕਾਂ ਦੀ ਸੂਝ ਸੀਗੀ ਬਈ ਡਾਈਵਰਸਿਟੀ ਐਂਡ ਰੋਟੇਸ਼ਨ ਆਫ ਕ੍ਰਾਪਸ ਦੋ ਸਿਧਾਂਤ ਸੀਗੇ ਉਹ ਅਸੀਂ ਦੁਬਾਰਾ ਕਿਉਂ ਨਹੀਂ ਲਿਆ ਸਕਦੇ। ਡਾਈਵਰਸਿਟੀ ਔਰ ਰੋਟੇਸ਼ਨ ਜਿਹੜੇ ਕ੍ਰਾਪਸ ਨੇ ਉਹਦੇ ਨਾਲ ਜਿਹੜਾ ਧਰਤੀ ਦੀ ਜਿਹੜੀ ਹੈ ਬਹਾਲ ਹੁੰਦੀ ਹੈ ਸ਼ਕਤੀ ਕਿਉਂਕਿ ਤੁਸੀਂ ਬਹੁਤ ਸਾਰੇ ਸਾਇੰਸ ਵੀ ਜਾਣਦੇ ਹੋ ਕਿ ਹਰ ਇੱਕ ਫਸਲ ਹੈ ਉਹ ਜ਼ਮੀਨ ਤੋਂ ਕੁਛ ਚੀਜ਼ਾਂ ਲੈਂਦੀਆਂ ਕੁਛ ਦਿੰਦੀਆਂ ਔਰ ਜਦੋਂ ਅਸੀਂ ਰੋਟੇਟ ਕਰਾਂਗੇ ਚੱਕਰ ਉਹਦੇ 'ਚ ਕੋਈ ਚੀਜ਼ ਲਈ ਜਾਏਗੀ ਇਹਦੇ ਨਾਲ ਜਿਹੜੀ ਧਰਤੀ ਦੀ ਸ਼ਕਤੀ ਵੀ ਬਹਾਲ ਹੁੰਦੀ ਹੈ। ਤਾਂ ਇੱਕ ਚੀਜ਼ ਹੈ ਜਿਹੜਾ ਗੁਰਬਾਣੀ ਦਾ ਜਿਹੜਾ ਹੈਗਾ ਉਹ ਲੋਕਾਂ ਦੇ ਜਿਹੜੀ ਪੋਟੈਂਸ਼ੀਅਲ ਤੇ ਪੀਪਲਸ ਇਨੀਸ਼ੀਏਟਿਵ ਹੈ ਉਹ ਜ਼ਿਆਦਾ ਜ਼ਰੂਰੀ ਹੈ ਉਹਦੇ ਤੇ ਐਮਫੈਸਿਸ ਹੈ ਕਿਉਂਕਿ ਜਿਹੜਾ ਸਿੱਖ ਇਨਕਲਾਬ ਹੈ ਇਹ ਦੁਨੀਆ 'ਚੋਂ ਸਭ ਤੋਂ ਵਿਲੱਖਣ ਇਨਕਲਾਬ ਕਿਉਂ ਹੈ ਕਿਉਂਕਿ ਬਾਕੀ ਸਾਰੇ ਜਿਹੜੇ ਇਨਕਲਾਬ ਨੇ ਉਹ ਸਮਾਜਿਕ ਤਬਦੀਲੀ ਤੇ ਜ਼ੋਰ ਦਿੰਦੇ ਆ। ਇੱਕ ਸਿੱਖ ਇਨਕਲਾਬ ਹੈ ਜਿਹੜਾ ਜਿਸ ਨੇ ਮਨੁੱਖ ਨੂੰ ਬਦਲਣ ਦਾ ਉਪਰਾਲਾ ਕੀਤਾ ਤੇ ਖਾਲਸੇ ਦੇ ਰੂਪ ਦੇ ਵਿੱਚ ਨਵੇਂ ਮਨੁੱਖ ਦੀ ਸਿਰਜਣਾ ਕੀਤੀ ਹੈ। ਤਾਂ ਇਹ ਜਿਹੜੀ ਚੀਜ਼ ਹੈ ਤਾਂ ਇਹਦਾ ਮਤਲਬ ਇਨੀਸ਼ੀਏਟਿਵ ਜਿਹੜਾ ਹੈਗਾ ਜਿਹੜਾ ਪਹਿਲ ਕਦਮੀ ਹੈ ਸਿੱਖ ਸਿਧਾਂਤ ਦੇ ਵਿੱਚੋਂ ਲੋਕਾਂ ਤੇ ਹੁਣ ਇਹ ਜਿਹੜਾ ਸਾਮਰਾਜੀ ਜਿਹੜਾ ਸਿਸਟਮ ਜਿਹੜਾ ਅਸੀਂ ਅਪਣਾਇਆ ਇਹਨੇ ਸਾਨੂੰ ਕੀ ਕੀਤਾ ਸਾਨੂੰ ਘੋਰ ਨਿਜਵਾਦੀ ਔਰ ਖੁਦਗਰਜ਼ ਬਣਾਇਆ ਔਰ ਸਿੱਖ ਸਿਧਾਂਤ ਸਾਨੂੰ ਕੀ ਬਣਾਉਂਦਾ ਸਾਂਝੇਵਾਦ ਵੰਡ ਛਕਣਾ। ਇਹ ਹੱਲ ਹੈ। ਹੁਣ ਲੋਕਾਂ ਨੇ ਅਸੀਂ ਜੇ ਬਣਾ ਲਾਂਗੇ ਆਰਗੈਨਿਕ ਫਾਰਮਿੰਗ ਹੈ ਤਾਂ ਬਹੁਤ ਵੱਡਾ ਕਾਨਸੈਪਟ ਪਰ ਉਹਦੀ ਮਾਰਕੀਟ ਕਿੱਥੇ ਹੈ। ਹੁਣ ਗੱਲ ਇਹ ਹੈ ਕਿ ਜਿਹੜਾ ਬੁਨਿਆਦੀ ਜਿਹੜਾ ਸਿਧਾਂਤ ਹੈ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਜਿਹੜੀ ਇਕੁਏਸ਼ਨ ਜਿਹੜਾ ਇਹ ਹੈ ਐਥਿਕਸ ਤੇ ਇਕਨੋਮਿਕਸ ਆਰਥਿਕਤਾ ਤੇ ਨੈਤਿਕਤਾ ਧਰਮ ਤੇ ਪੈਸਾ ਜਾਂਦਾ ਹੈ। तो ਜਿਹੜਾ ਸਰਮਾਏਦਾਰੀ ਜਾਂ ਸਾਮਰਾਜ ਹੈ ਇਹ ਹਮੇਸ਼ਾ ਪੈਸੇ ਨੂੰ ਧਰਮ ਤੋਂ ਉੱਪਰ ਰੱਖਦਾ। ਸਾਡੇ ਗੁਰੂ ਸਾਹਿਬ ਕੀ ਕਹਿੰਦੇ ਨੇ ਨਹੀਂ ਧਰਮ ਜਾਂ ਨੈਤਿਕਤਾ ਜਿਹੜੀ ਆਰਥਿਕਤਾ ਦੇ ਉੱਪਰ ਹੈ। ਧੌਲ ਧਰਮ ਦਇਆ ਦਾ ਪੂਤ ਸੰਤੋਖ ਥਾਪ ਰੱਖਿਆ ਜਨਸੂ। ਜੇ सोसाइटी स्टेबल ਹੈਗੀ ਜੇ सोसाइटी ਕਾਇਮ ਹੈ ਤਾਂ ਪੈਸੇ ਦੇ ਸਿਰ ਤੇ ਕਾਇਮ ਨਹੀਂ ਹੈ। ਇਹ ਧਰਮ ਤੇ ਨੈਤਿਕਤਾ ਦੇ ਐਥਿਕਸ ਜਿਹੜੇ ਨੇ ਉਹ ਕਾਇਮ ਰੱਖ ਰਹੇ ਨੇ। ਤਾਂ ਜੇ ਅਸੀਂ ਹਰ ਇੱਕ ਚੀਜ਼ ਪੈਸੇ ਨਾਲ ਹੀ ਗਿਣਾਂਗੇ ਹਾਂਜੀ ਉਹ ਕਹਿੰਦਾ ਜੀ ਇਹ ਤਾਂ ਮਹਿੰਗੀ ਪਏਗੀ ਆਰਗੈਨਿਕ ਜਿਹੜੀ ਉਹ ਫਸਲਾਂ ਜਿਹੜੀਆਂ ਦੂਜਿਆਂ ਨਾਲ ਹੁਣ ਇਹਦਾ ਮਤਲਬ ਹਰ ਚੀਜ਼ ਪੈਸੇ ਨਾਲ ਹੀ ਮਿਲਣੀ ਹੈ। ਹੁਣ ਜੇ ਅਸੀਂ ਦੇਖੋ ਅਸੀਂ ਕਹਿੰਦੇ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਵੀ ਜੇ ਅਸੀਂ ਕਹਿੰਦੇ ਹਾਂ ਵੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜਾ ਖਰਾ ਘਿਓ ਹੈ ਪ੍ਰਸ਼ਾਦ ਲਈ ਵਰਤਣਾ ਚਾਹੀਦਾ ਖਰਾ ਘਿਓ ਦੂਜੇ ਘਿਓ ਨਾਲ ਮਹਿੰਗਾ ਹੈ ਫਿਰ ਕਿਉਂ ਅਸੀਂ ਵਰਤਦੇ ਹਾਂ ਉਹਦੇ 'ਚ ਇੱਕ ਸੈਂਕਟਿਟੀ ਹੈ। ਖਰਾ ਲਫ਼ਜ਼ ਜਿਹੜਾ ਸਾਨੂੰ ਅੱਛਾ ਲੱਗਦਾ ਪਿਓਰਿਟੀ ਦਾ ਸਿੰਬਲ ਹੈ ਤਾਂ ਕਿਉਂ ਨਹੀਂ ਅਸੀਂ ਕਹਿੰਦੇ ਕਿ ਇੰਨੇ ਗੁਰਦੁਆਰਾ ਸਾਹਿਬਾਨ ਨੇ 1 ਲੱਖ ਤੋਂ ਜ਼ਿਆਦਾ ਤਾਂ ਹਰ ਰੋਜ਼ ਬੰਦਾ ਇੱਥੇ ਹਰਿਮੰਦਰ ਸਾਹਿਬ ਲੰਗਰ ਛਕ ਰਿਹਾ। ਤੂੰ ਕਿੱਡੀ ਵੱਡੀ
ਇੱਕ ਜਿਹੜੀ ਹੈ ਜੇ ਅਸੀਂ ਕਹਿ ਦਈਏ ਕਿ ਅਸੀਂ ਤਾਂ ਲੰਗਰ ਹੀ ਹੁਣ ਜਿਹੜੇ ਹੈਗੇ ਨੇ ਇੱਥੇ ਤੇ ਆਰਗੈਨਿਕ ਜਿਹੜੀ ਠੀਕ ਹੈ ਕਹਿੰਦੇ ਮਹਿੰਗੀ ਤਾਂ ਹੈ ਲੇਕਿਨ ਗੱਲ ਤਾਂ ਉੱਥੇ ਹੀ ਆ ਗਈ ਨਾ ਵੀ ਆਰਥਿਕਤਾ ਉੱਪਰ ਹੈ ਇਹ ਨੈਤਿਕਤਾ ਦਾ ਸਵਾਲ ਹੈ ਵੀ ਅਸੀਂ ਲੋਕਾਂ ਦੀ ਸਿਹਤ ਲੋਕਾਂ ਦਾ ਇਨੀਸ਼ੀਏਟਿਵ ਲੋਕਾਂ ਦੀ ਸਮਰਥਨ ਉਹਦੇ ਲਈ ਅਸੀਂ ਠੀਕ ਹੈ ਜ਼ਿਆਦਾ ਪੈਸੇ ਖਰਚ ਰਹੇ ਹਾਂ ਤਾਂ ਕਿੰਨੀ ਵੱਡੀ ਮਾਰਕੀਟ ਹੈ ਫਿਰ ਕਿੰਨੇ ਦੁਨੀਆ 'ਚ ਕਿੰਨੇ ਗੁਰਦੁਆਰਾ ਸਾਹਿਬਾਨ ਨੇ ਤੇ ਜੇ ਸਾਰੇ ਹਰ ਇੱਕ 'ਚ ਲੰਗਰ ਜਿਹੜਾ ਆਰਗੈਨਿਕ ਬਣ ਜਾਏ ਤੁਸੀਂ ਦੇਖੋ ਮੈਂ ਕਹਿੰਦਾ ਪੰਜਾਬ ਦੇ ਫਾਰਮਰਾਂ ਤੋਂ ਤਾਂ ਉਹਨਾਂ ਦੀ ਮੰਗ ਹੀ ਨਹੀਂ ਪੂਰੀ ਹੋਣੀ तो मार्केट तो हैगी है अच्छा फिर तुम देखो जो लोगों का इनिशिएटिव लिया जाए मैं कहना उन्होंने हूँ बाहर बैठे साढ़े बड़े सज्जन पंजाब का भला सोचते हैं पंजाब लिए कुछ करना चाहते वो जोड़े बंदे पॉलिटिशियन हो जाके जो फंड इकट्ठा कर दे वो मैं कहता गलत बंदा ये करप्शन बढ़ा रहे हो हाँ चलो एक मैं छोटे ਜਿਹੇ एग्जाम्पल दें किवें लोगों का इनिशिएटिव ਨਾਲ ਗੱਲ बन सकती है कि ਹੁਣ ਅਸੀਂ क्यों लोग पराली साड़ रहे हैं पराली क्यों साड़ी जाती क्योंकि किसानों का कहना है कि सानू जो इकनॉमिक कंपल्शन है असं नहीं सानू जो है वो साड़ के जल्दी असी जी फसल दूजी बीजनी है और साढ़े को कोई साधन नहीं पैसे खर्च के जी अच्छे जोड़े मीनस नाल अच्छे ढंग नाल इहनूं डिस्पोज ऑफ करिए तो चलो मैं कहना फर्ज करो कितना फर्क है मैं अंदाजा लाया सी 5-10 पेट्रोल ज़्यादा खर्च आंदा है 5-10 हज़ार रुपए का एकड़ बहुत तो वध खर्चा ज़्यादा पैंदा है हुण जे एक बंदा साडा एक बंदा 1 एकड़ जिहड़ा अडाप्ट कर ले साडे लखां बंदे ने सिर्फ उन्होंने 5-10 हज़ार रुपया देना साल का की हो जाए उन्होंने 1 एकड़ मैं पंजाब दे बलन नहीं देना मैं देवांगा जिहड़ा किसान नूं जिहड़े उहदी यही मजबूरी है पैसे ज़्यादा खर्चने पैंदे वो पैसे मैं भर दिंदा 1 एकड़ दे पैसे मैं भरा ये पॉलिटिशियनों को देने की बजाय धरती को बचाओ पंजाब की देखो ना कितना क्रूअल भी आप मतलब उन्होंने बेचारों की किसानों की मजबूरी है लेकिन असी साड़ रहे हैं किसी चीज़ को साड़न का पता नहीं एक तो जो एनवायरनमेंट का जो फर्क पैना धरती की जो उपजाऊ शक्ति भी घटती है कई एलीमेंट जो सड़ जाते हैं तो एक मैं ये कहना कि हर एक बंदा कहे मैं चलो 1 एकड़ की जिम्मेवारी मैं लेना भी तुम साड़ो ना जिन्ना तो घाटा मैं पूरा कर दूँ मैं ये भी एक हल हो सकता तो लोगों का जो इनिशिएटिव है उन्होंने मतलब जो है ये गुरबाणी जी है लोगों का इनिशिएटिव तो है ये उपरलियां का नहीं गुरबाणी ने हमेशा थल्ले वाल जाके साधारण लोगों के वाल अपनी टेक रखी है नीचा अंदर नीच जात नीची हूँ अत नीच नानक तिनके संग साथ वड्डियां सो क्यों रीस वड्डियां ते गुरबाणी ने कभी असीं हुण वड्डियां वाले गौरमेंट साडे लिए करे वो भी वड्डी है ना वड्डे बंदे है नहीं वड्डियां ने थल्ले वाल जाओ गुरु जिहड़ा है सानू थल्ले वाले वाल जाण नूं कहंदा उपर वालियां नहीं तो ये भी एक जिहड़ा है तो असीं किधर झाकीए उपर के थल्ले तो जे असीं गुरबाणी ने तो सेध लैनी है तो गुरबाणी इस बारे बिल्कुल स्पष्ट है कि बंदा जिहड़ा उही है निवें सो गौरा होए जिहड़ा जिहड़ा थल्ले नूं देखण वाले नूं वड्याया गया जिहड़ा उपर नूं देखदा वो गुरबाणी घट्टो घट्ट उहदे मुताबिक वो बंदा सही नहीं है तो ये मैं सारियां गल्लां तुहानूं मतलब जिहड़े तुहाडे नाल करनियां सी कि हल है सानूं निराश होने की लोड़ नहीं सिर्फ अपनी जिहड़ी पहुंच है वो बदलण की लोड़ है और जिहड़े रिसोर्सिस ने अपने सब तो वड्डा रिसोर्स इंटलैक्चुअल रिसोर्स हुंदा और इंटलैक्चुअल रिसोर्स असीं किन्ने खुशकिस्मत हाँ कि साडे कोल श्री गुरु ग्रंथ साहब है कि दुनिया कोई भी लोग इन्ने खुशकिस्मत नहीं कि उन्होंने हर वक्त एक लिविंग गुरु जिहड़ा हर वक्त तुहानूं एक मौजूद है तुहाडी जिहड़ी भी चीज़ तुहाडी समस्या है जिहड़ी तुहानूं ਉਹਦਾ हल तुसीं अगर डूंघाई नाल गुरु ग्रंथ साहब तो सेध लाओगे तो हर एक जिहड़ा हैगा ਉਹਦੇ जिहड़ा विशा संबोधित है क्यों फर्क की है कि बाकी जिहड़े दुनिया के ग्रंथ ने वो धार्मिक ग्रंथ ने श्री गुरु ग्रंथ साहब सिर्फ धार्मिक ग्रंथ नहीं इत्थे 4 पदार्थों की गल करते धर्म अर्थ काम और मोक्ष जीवन की समुचता की गल है सारे जीवन नाल संबंधित पक्ष जिहड़े ने वो गुरु ग्रंथ साहब दे विच विचारे गए हैं तो घट्टो घट्ट मेरा यह मनना है कि अगर दुनिया कोई मुकम्मल फलसफा है
ਤਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ, ਕਿਉਂਕਿ ਜੀਵਨ ਦਾ ਹਰ ਪੱਖ ਜਿਹੜਾ ਹੈਗਾ ਉਹ ਵਿਚਾਰਿਆ ਗਿਆ। ਤਾਂ ਇਸ ਕਰਕੇ ਜਿਹੜੇ ਅਸੀਂ ਇੰਨੇ ਖੁਸ਼ਕਿਸਮਤ ਹਾਂ ਵੀ ਸਾਡੇ ਕੋਲ ਇੰਨਾ ਵੱਡਾ ਰਿਸੋਰਸ ਹੈ ਲੀਡਰਸ਼ਿਪ, ਅਗਵਾਈ ਲੈਣ ਲਈ, ਸੇਧ ਲੈਣ ਲਈ, ਤਾਂ ਫਿਰ ਅਸੀਂ ਕਿਉਂ ਭਟਕ ਰਹੇ ਹਾਂ? ਤਾਂ ਇਹ ਆਪਾਂ ਇੱਕ ਜਿਹੜਾ ਹੈ, ਤਾਂ ਮੇਰਾ ਇਹ ਮੰਨਣਾ ਕਿ ਅੱਜ ਦੀਆਂ ਸਮੱਸਿਆਵਾਂ ਦਾ ਜਿਹੜਾ ਹੱਲ ਪ੍ਰਵਾਸ ਨਹੀਂ ਹੈ, ਬਦਲਵਾਂ ਵਿਕਾਸ ਦਾ ਨਮੂਨਾ ਹੈ, ਆਲਟਰਨੇਟਿਵ ਮਾਡਲ ਆਫ ਡਿਵੈਲਪਮੈਂਟ ਹੈ। ਔਰ ਜਿਹੜਾ ਬਦਲਵਾਂ ਵਿਕਾਸ ਦਾ ਨਮੂਨਾ ਹੈ ਉਹ ਸਾਨੂੰ ਕਿਤੋਂ ਬਾਹਰੋਂ ਨਹੀਂ ਮਿਲਣਾ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਣਾ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।